ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਮਾਨਤਾ ਦੇ ਦਿੱਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ। ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂ ਵਿਰੋਧ ਕਰ ਰਹੀ ਹੈ ਜਦਕਿ ਸੰਵਿਧਾਨ ਦੇ ਮੁਤਾਬਕ ਸੁਪਰੀਮ ਕੋਰਟ ਸਰਵਉੱਚ ਅਦਾਲਤ ਹੈ। 75 ਸਾਲਾਂ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਹਮਲਾ ਕਿਸੇ ਕੌਮ ਤੇ ਹੋਇਆ ਤੇ ਇਹ ਕਿ ਜੇ ਦਿੱਲੀ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਸਕਦੀ ਹੈ, ਤੁਹਾਡੀ ਧਿਰ ਉੱਥੇ ਵੀ ਜਾਂਦੀ ਸੀ, ਉੱਥੇ ਜਾ ਕੇ ਜਿੱਤਦੇ ਵੀ ਰਹੇ ਹੋ, ਫਿਰ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਿੱਕਤ ਕੀ ਹੈ? ਤੁਸੀਂ ਹਰਿਆਣੇ ਦਾ ਪੱਖ ਤਾਂ ਪੂਰ ਦਿੱਤਾ, ਉਹਨੂੰ ਮਾਨਤਾ ਕਮੇਟੀ ਨੂੰ ਦੇਤੀ। ਇਹ ਜਿਹੜੀ ਖਾਨਾ ਜੰਗੀ ਜਿਹੜੀ ਭਰਾ ਮਾਰੂ ਜੰਗ ਤੁਸੀਂ ਸ਼ੁਰੂ ਕਰਵਾ ਦਿੱਤੀ। ਹੁਣ ਇਹ ਦੱਸੋ ਕਿ ਐਕਟ ਦਾ ਫੈਸਲਾ ਕੌਣ ਕਰੂ? ਆਪਾਂ ਕਮਜ਼ੋਰ ਕਿੱਥੇ ਸਾਬਿਤ ਹੋਏ? ਕਿਉਂਕਿ ਪਹਿਲਾਂ ਤਾਂ ਆਪਾਂ ਇਹ ਕਹਿੰਦੇ ਸੀ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜੀ ਵਕੀਲ ਨਹੀਂ ਭੇਜੇ। ਹੁਣ ਤਾਂ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੀ। ਫੈਸਲਾ ਕਰ ਰਹੀ ਸੁਪਰੀਮ ਕੋਰਟ ਤੇ ਦਾਦੂਵਾਲ ਸਾਹਿਬ ਜਾ ਕੇ ਚਰਨਾਂ 'ਚ ਧੰਨਵਾਦ ਕਿਹਦਾ ਕਰ ਰਿਹਾ? ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਿਬ ਦਾ। ਫੈਸਲਾ ਕਰ ਰਹੀ ਸੁਪਰੀਮ ਕੋਰਟ ਤੇ ਮਨਜਿੰਦਰ ਸਿੰਘ ਸਰਸਾ ਹੋਰੀ ਨੈਸ਼ਨਲ ਚੈਨਲ ਦੇ ਉੱਤੇ ਆ ਕੇ ਛਾਤੀ ਚੌੜੀ ਕਰਕੇ ਧੰਨਵਾਦ ਕਿਹਦਾ ਕਰਦੇ ਆ? ਅਮਿਤ ਸ਼ਾਹ ਜੀ ਦਾ ਤੇ ਨਰਿੰਦਰ ਮੋਦੀ ਜੀ ਦਾ। ਤੇ ਹੁਣ ਦੱਸੋ ਅਸੀਂ ਪਿੱਟੀ ਇਹਨਾਂ ਦਾ ਕੀ ਕਰੀਏ? ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ 2012 ਤੋਂ 17 ਵਾਲੀ, ਤੇ ਤੁਸੀਂ ਅਦਾਲਤ ਦੇ ਵਿੱਚ ਠੋਕ ਕੇ ਕਿਹਾ ਕਿ ਭਾਈ SGPC ਇੱਕ ਰਹਿਣੀ ਚਾਹੀਦੀ ਹੈ। ਤੁਸੀਂ ਐਲੀਗੇਸ਼ਨ ਲਾਇਆ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਤੁਹਾਡਾ ਸਟੈਂਡ ਚੇਂਜ ਕਰਕੇ ਇਹ ਕਹਿਤਾ ਕਿ ਜੀ ਹਰਿਆਣੇ ਨੂੰ ਵੱਖਰੀ ਕਮੇਟੀ ਦੇ ਦਿਓ। ਤੁਸੀਂ ਦੂਸਰਾ ਦੋਸ਼ ਇਹ ਲਾਤਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਵੀ ਕਹਿਤਾ ਕਿ ਹਰਿਆਣੇ ਨੂੰ ਵੱਖਰੀ ਕਮੇਟੀ ਦੇ ਦਿਓ। ਕੀ ਕੋਈ ਸਬੂਤ ਹੈ? ਕੀ ਹਰਿਆਣੇ ਦਾ ਸਿੱਖ ਜੇ ਉੱਥੇ ਵੱਖਰੀ ਪ੍ਰਬੰਧਕ ਕਮੇਟੀ ਬਣਦੀ ਹੈ ਤਾਂ ਖੁਸ਼ ਹੋ ਕੇ ਦੂਸਰੀ ਪਾਰਟੀ ਨੂੰ ਵੋਟਾਂ ਪਾ ਦੂ? ਇਹਦਾ ਮਤਲਬ ਕਿ SGPC ਦੇ ਪ੍ਰਬੰਧ ਤੋਂ ਉਹ ਖੁਸ਼ ਨਹੀਂ ਸੀ, ਉਹ ਵੱਖਰਾ ਹੋਣਾ ਚਾਹੁੰਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV। ਮੈਂ ਪਰਮਜੀਤ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ SGPC, ਜਦੋਂ ਇਹ ਸ਼ਬਦ ਸਾਡੇ ਜ਼ਿਹਨ 'ਚ ਆਉਂਦੇ ਆ, ਅਸੀਂ ਇਹਨਾਂ ਸ਼ਬਦਾਂ ਨੂੰ ਕਿਤੇ ਲਿਖਿਆ ਪੜ੍ਹਦੇ ਹਾਂ ਜਾਂ ਕੋਈ ਇਹ ਸ਼ਬਦ ਬੋਲਦਾ ਤੇ ਸਾਡੇ ਕੰਨ ਸੁਣਦੇ ਆ, ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕੱਲਾ ਇੰਨਾ ਨਹੀਂ ਮਨ 'ਚ ਆਉਂਦਾ। ਉਦੋਂ 1920 ਦੇ ਵਿੱਚ ਇੱਕ ਸਿਆਸੀ ਪਾਰਟੀ ਦਾ ਬਣਨਾ ਜਾਂ ਇੱਕ ਧਾਰਮਿਕ ਪਾਰਟੀ ਦਾ ਬਣਨਾ 1925 ਚੇਤਾ ਆਉਂਦਾ। 1925 ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਦਾ ਹੋਂਦ ਦੇ ਵਿੱਚ ਆਉਣਾ, ਉਹਦੇ ਤੋਂ ਬਾਅਦ ਲੰਬੇ ਚੌੜੇ ਸੰਘਰਸ਼, ਸੁਧਾਰ, ਜਾਣੀ ਇੱਕ ਪੂਰੇ ਦਾ ਪੂਰਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਲੁਕਿਆ ਹੋਇਆ। ਅਤੇ ਪਿਛਲੇ ਸਮੇਂ ਦੇ ਵਿੱਚ ਐਸੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਚਰਚਾ ਦੇ ਵਿੱਚ ਆਈਆਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਇੱਕ ਹਿੱਸਾ ਨਿਕਲ ਕੇ ਹਰਿਆਣੇ ਦੇ ਗੁਰੂ ਘਰਾਂ ਦੇ ਵਿੱਚ ਵੱਖਰੇ ਪ੍ਰਬੰਧ ਹੇਠਾਂ ਚਲੇ ਗਿਆ। ਵਿਧਾਨ ਸਭਾ ਨੇ ਮਤਾ ਪਾਸ ਕਰ ਦਿੱਤਾ। ਸੰਗਤ ਦੁਚਿੱਤੀ 'ਚ ਸੀ, ਸ਼ਸ਼ੋ ਪੰਚ ਸੀ, ਕਿਉਂਕਿ ਪਹਿਲਾਂ ਕਿਸੇ ਦੇ ਚਿੱਤ ਜਿੱਤੇ ਵੀ ਨਹੀਂ ਸੀ। ਇਸ ਤਰ੍ਹਾਂ ਹੁੰਦਾ ਸੀ ਕਿ ਪੰਜਾਬ ਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਗੁਰੂ ਘਰ, ਜਿਹੜੇ ਇਤਿਹਾਸਕ ਗੁਰੂ ਘਰ ਨੇ, ਉਹਨਾਂ ਦੀ ਸੇਵਾ ਸੰਭਾਲ, ਉੱਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਜ਼ਿੰਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਇਹ ਤਾਂ ਅਚਾਨਕ ਇੱਕ ਘਟਨਾ ਵਾਪਰੀ ਕਿ ਹਰਿਆਣੇ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਅਦਾਲਤਾਂ 'ਚ ਕੇਸ ਜਾਣ ਲੱਗ ਪਏ। ਹੁਣ ਇੱਥੇ ਤਾਂ ਧਰਮ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਸੀ, ਇੱਥੇ ਤਾਂ ਲੋੜਵੰਦ ਦੀ ਮਦਦ ਦੀ ਗੱਲ ਸੀ, ਇੱਥੇ ਤਾਂ ਭੁੱਖੇ ਨੂੰ ਲੰਗਰ ਛਕਾਉਣ ਦੀ ਗੱਲ ਸੀ, ਅਤੇ ਅਸੀਂ ਵਕੀਲੋ ਵਕੀਲੀ, ਠਾਣਿਓ ਠਾਣੀ, ਕਚਹਿਰੀਓ ਕਚਹਿਰੀ ਹੋਣ ਲੱਗ ਪਏ। ਅਤੇ ਹੁਣ ਮਾਣਯੋਗ ਸੁਪਰੀਮ ਕੋਰਟ ਦਾ ਇੱਕ ਫੈਸਲਾ ਜਿਹੜਾ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਦੇ 'ਤੇ ਵੱਖਰੀ ਕਮੇਟੀ ਦੇ ਹੱਕ ਜਿਹੜਾ ਆ, ਉਹਦੇ ਤੋਂ ਬਾਅਦ ਮਾਹੌਲ ਗਰਮਾਇਆ ਹੋਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਫੈਸਲੇ ਦੇ ਖਿਲਾਫ ਜਿਹੜਾ ਉਹ ਪਟੀਸ਼ਨ ਪਾਉਣ ਦਾ ਵੀ ਐਲਾਨ ਕਰ ਦਿੱਤਾ ਹੈ। ਇਹਦੇ ਤੋਂ ਇਲਾਵਾ ਮਤੇ ਵੀ ਪਾਸ ਕਰ ਦਿੱਤੇ ਗਏ ਆ। ਹੁਣ ਉਧਰਲੇ ਪਾਸੇ ਜਿਨ੍ਹਾਂ ਦੇ ਹੱਕ 'ਚ ਫੈਸਲਾ ਆਇਆ ਉਹ ਕਹਿੰਦੇ ਜੀ ਪ੍ਰਬੰਧ ਸਾਨੂੰ ਦਿਓ। ਇੱਧਰਲੇ ਪਾਸਿਓਂ ਪ੍ਰਧਾਨ ਸਾਹਿਬ ਨੇ ਕਹਿ ਤਾ ਕਿ ਪ੍ਰਬੰਧ ਸਾਡੇ ਅਧੀਨ ਹੀ ਰਹਿਣੇ ਚਾਹੀਦੇ ਆ। ਪਰ ਆਖਰਕਾਰ ਕਿਉਂ ਇਹ ਫੈਸਲਾ ਖਿਲਾਫ ਗਿਆ? ਕਿਹੜੀਆਂ ਧਿਰਾਂ ਦੇ ਕਰਕੇ ਗਿਆ? ਆਮ ਸਿੱਖ ਭਾਈਚਾਰੇ ਦੇ ਉੱਤੇ ਉਹਦਾ ਅਸਰ ਕੀ ਪਏਗਾ? ਕਿ ਉਹਨਾਂ ਨੂੰ ਵੱਖਰੀ ਕਮੇਟੀ ਦਾ ਹੱਕ ਨਹੀਂ ਮਿਲਣਾ ਚਾਹੀਦਾ? ਜੇ ਹੱਕ ਮਿਲ ਗਿਆ ਤਾਂ ਅਸਰ ਕੀ ਪੈਣਗੇ? ਸਾਰਾ ਕੁਝ ਆਪਾਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਤੋਂ ਪੁੱਛਣਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਨੇ, ਸਾਬਕਾ ਮੰਤਰੀ ਨੇ, ਤੇ ਡਾਕਟਰ ਚੀਮਾ ਸਾਹਿਬ
ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਪਕੜ ਰੱਖਦੇ ਆ ਤੇ ਅੱਜ ਇਸ ਮੁੱਦੇ ਦੇ ਉੱਤੇ ਨਿੱਠ ਕੇ ਗੱਲ ਕਰਾਂਗੇ। ਚੀਮਾ ਸਾਹਿਬ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਬਾਟ ਸਾਹਿਬ। ਚੀਮਾ ਸਾਹਿਬ, ਅਸੀਂ ਉਮਰ ਦੇ ਵਿੱਚ ਬਹੁਤ ਛੋਟੇ ਆ, ਅਸੀਂ ਕੋਈ ਐਸਾ ਸੰਘਰਸ਼ ਨਹੀਂ ਦੇਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਅਸੀਂ ਪੜ੍ਹਿਆ, ਅਸੀਂ ਸੁਣਿਆ ਕਿ ਭਾਈ ਇੱਕ ਸ਼ਾਨਾਮੱਤੀ ਇਤਿਹਾਸ ਹੈ। ਹੁਣ ਅਚਾਨਕ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ, ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਮਾਨਤਾ ਦੇ ਦਿੱਤੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਵਿਰੋਧ ਕੀਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ। ਤੁਹਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਿਉਂ ਵਿਰੋਧ ਕਰ ਰਹੀ ਹੈ ਜਦਕਿ ਸੰਵਿਧਾਨ ਦੇ ਮੁਤਾਬਕ ਸੁਪਰੀਮ ਕੋਰਟ ਸਰਵਉੱਚ ਅਦਾਲਤ ਹੈ? ਦੇਖੋ, ਗੱਲ ਇਹ ਹੈ ਕਿ ਪਹਿਲੀ ਤਾਂ ਗੱਲ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦਾ ਜ਼ਿਕਰ ਆਉਂਦਾ ਤੇ ਬਹੁਤ ਵੱਡਾ ਸ਼ਾਨਾਮੱਤਾ ਤੇ ਲਹੂ ਭਿੱਜਿਆ ਇਤਿਹਾਸ ਜਿਹੜਾ ਉਹ ਸਾਡੇ ਸਾਹਮਣੇ ਆਉਂਦਾ। ਔਰ ਉਸ ਤੋਂ ਵੀ ਪਹਿਲਾਂ ਸਾਡੇ ਬਜ਼ੁਰਗਾਂ ਦੀ ਬੜੀ ਦੂਰ ਅੰਦੇਸ਼ੀ ਦੀ ਸੋਚ ਜਿਹੜੀ ਆ ਸਾਡੇ ਸਾਹਮਣੇ ਆਉਂਦੀ ਹੈ ਕਿ ਉਹ ਸਮਾਂ ਜਦੋਂ ਦੇਸ਼ ਹਾਲੇ ਸਾਡਾ ਆਜ਼ਾਦ ਨਹੀਂ ਸੀ ਹੋਇਆ ਤੇ ਸਾਡੇ ਬਜ਼ੁਰਗਾਂ ਨੇ ਉਸ ਵੇਲੇ ਸੁਪਨਾ ਲਿਆ ਕਿ ਸਾਡੇ ਧਰਮ ਦਾ ਜਿਹੜਾ ਪ੍ਰਬੰਧ ਹੈ ਉਹ ਡੈਮੋਕ੍ਰੈਟਿਕ ਹੋਣਾ ਚਾਹੀਦਾ। ਸੰਗਤ ਜਿਹੜੀ ਹੈ ਆਪ ਫੈਸਲਾ ਕਰੇ ਕਿ ਗੁਰਦੁਆਰੇ ਦਾ ਪ੍ਰਬੰਧਕ ਕੌਣ ਹੋਣਾ ਚਾਹੀਦਾ ਹੈ। ਗੁਰਦੁਆਰੇ ਦਾ ਇੱਕ ਇੱਕ ਪੈਸਾ ਜਿਹੜਾ ਉਹ ਸਿੱਖਿਆ ਦੇ ਕੰਮ ਦੇ ਵਿੱਚ, ਪ੍ਰਚਾਰ ਦੇ ਕੰਮ ਦੇ ਵਿੱਚ ਲੱਗੇ। ਜਿਹੜੇ ਉਸ ਵੇਲੇ ਮਹੰਤ ਜਿਹੜੇ ਅੰਗਰੇਜ਼ਾਂ ਦੀ ਸ਼ਹਿ ਦੇ ਉੱਤੇ ਕਾਬਲ ਸੀ ਔਰ ਜਿਹੜੇ ਮਨਮਤੀਆਂ ਕਾਰਵਾਈਆਂ ਕਰਦੇ ਸੀ, ਉਹਨਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਸੰਗਤੀ ਪ੍ਰਬੰਧ ਕਾਇਮ ਕੀਤਾ ਜਾਵੇ। ਇਸ ਕਰਕੇ ਇਹ ਉਹ ਮੂਵਮੈਂਟ ਹੈ ਜਿਹਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤੇ ਅੱਜ ਵੀ ਉਹਨਾਂ ਸ਼ਹੀਦਾਂ ਦੇ ਚਰਨਾਂ ਦੇ ਵਿੱਚ, ਉਹਨਾਂ ਬਜ਼ੁਰਗਾਂ ਦੇ ਚਰਨਾਂ ਦੇ ਵਿੱਚ ਸਿਰ ਝੁਕਦਾ ਜਿਨ੍ਹਾਂ ਨੇ ਡਾਂਗਾਂ ਖਾ ਕੇ, ਸ਼ਹੀਦੀਆਂ ਦੇ ਕੇ ਤੇ ਇੱਕ ਡੈਮੋਕ੍ਰੈਟਿਕ ਪ੍ਰਬੰਧ ਦੇਸ਼ ਨੂੰ ਦਿੱਤਾ। ਔਰ ਵੱਡੀ ਗੱਲ ਹੈ ਕਿ ਇਹ ਉਹ ਮੂਵਮੈਂਟ ਹੈ, ਗੁਰਦੁਆਰਾ ਸੁਧਾਰ ਮੂਵਮੈਂਟ, ਜਿਹਨੇ ਦੇਸ਼ ਦੇ ਸਾਡੇ ਲੋਕਾਂ ਨੂੰ ਆਜ਼ਾਦੀ ਵਾਸਤੇ ਪ੍ਰੇਰਿਤ ਕੀਤਾ। ਕਿਉਂਕਿ ਇਸ ਅੰਦੋਲਨ ਦੇ ਵਿੱਚ ਹੀ ਮਹਾਤਮਾ ਗਾਂਧੀ ਨੇ ਜਦੋਂ ਚਾਬੀਆਂ ਦਾ ਮੋਰਚਾ ਜਿੱਤਿਆ ਸੀ ਤੇ ਉਦੋਂ ਟੈਲੀਗ੍ਰਾਮ ਦਿੱਤੀ ਸੀ ਸਾਡੇ ਲੀਡਰਾਂ ਨੂੰ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿਹੜੀ ਹੈ ਉਹ ਜਿੱਤ ਲਈ ਗਈ। ਬੜੀਆਂ ਵੱਡੀਆਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ, ਜਵਾਹਰ ਲਾਲ ਨਹਿਰੂ ਤੱਕ ਵੀ ਉਦੋਂ ਜੈਤੋ ਦੇ ਮੋਰਚੇ ਦੇ ਵਿੱਚ ਇੱਥੇ ਦੇਖਣ ਵਾਸਤੇ ਆਉਂਦੇ ਰਹੇ। CF ਐਂਡਰਿਊਜ਼ ਇੱਕ ਪਾਦਰੀ ਸੀ ਜਿਹਨੇ ਉਸ ਵੇਲੇ ਗਵਰਨਰ ਜਨਰਲ ਨੂੰ ਜਾ ਕੇ ਦੱਸਿਆ ਕਿ ਉਸ ਜੈਤੋਂ ਦੇ ਜਿਹੜਾ ਗੁਰੂ ਕੇ ਬਾਗ ਦਾ ਮੋਰਚਾ ਜਿੱਥੇ ਇੰਨਾ ਤਸ਼ੱਦਦ ਹੁੰਦਾ ਸੀ ਵੀ ਮੈਂ ਤਾਂ ਜਾ ਕੇ ਦੇਖਦਾ ਕਿ ਰੋਜ਼ ਇੱਕ ਈਸਾ ਸੂਲੀ ਚੜ੍ਹਦਾ। ਇਸ ਕਰਕੇ ਇਹ ਸਾਡੀ ਇੱਕ ਹੈਰੀਟੇਜ ਹੈ, 102 ਸਾਲ ਪੁਰਾਣੀ ਸੰਸਥਾ, ਐਡਾ ਵੱਡਾ ਸ਼ਾਨਾਮੱਤਾ ਇਤਿਹਾਸ। ਇਸ ਲਈ ਅੱਜ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਟੋਟੇ ਨਹੀਂ ਹੋਏ। ਸਾਡੀ ਹੈਰੀਟੇਜ ਜਿਹੜੀ ਹੈ ਉਹ ਆਜ਼ਾਦ ਦੇਸ਼ ਦੇ ਵਿੱਚ ਸਾਡੇ ਕੋਲੋਂ ਖੋਹ ਲਈ ਗਈ ਹੈ, ਜਿਹੜੀ ਅਸੀਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਕੁਰਬਾਨੀਆਂ ਦੇ ਕੇ ਕਾਇਮ ਕਰ ਲਈ ਸੀ। ਅੱਜ ਸਾਡੇ ਆਜ਼ਾਦ ਦੇਸ਼ ਦੇ ਵਿੱਚ ਸਾਡੀ ਉਹ ਹੈਰੀਟੇਜ ਸੰਸਥਾ ਜਿਹੜੀ ਸਰਮੌਰ ਸੰਸਥਾ ਹੈ, ਸ਼੍ਰੋਮਣੀ ਸੰਸਥਾ, ਜਿਹਨੇ ਸਾਰੀ ਦੁਨੀਆ ਦੇ ਵਿੱਚ ਬੈਠੇ ਸਿੱਖਾਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਰੱਖਿਆ ਹੋਇਆ, ਅੱਜ ਉਹ ਸੰਸਥਾ ਜਿਹੜੀ ਹੈ ਉਹਨੂੰ ਵੱਢਿਆ ਗਿਆ। ਇਸ ਕਰਕੇ ਬਹੁਤ ਵੱਡਾ ਦੁੱਖ ਹੈ। ਮੈਂ ਕਹਿ ਸਕਦਾ ਕਿ 75 ਸਾਲਾਂ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਹਮਲਾ ਕਿਸੇ ਕੌਮ 'ਤੇ ਹੋਇਆ ਤੇ ਇਹ ਹਮਲਾ। ਚੀਮਾ ਸਾਹਿਬ, ਦੋ ਹਿੱਸਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੰਡੀ ਗਈ। SGPC ਦੇ ਜਿਹੜੇ ਮੌਜੂਦਾ ਪ੍ਰਧਾਨ ਸਾਹਿਬ ਨੇ ਖੁਦ ਐਡਵੋਕੇਟ ਨੇ, ਖੁਦ ਵਕੀਲ ਨੇ, ਉਹਨਾਂ ਨੇ ਲਾਅ ਕੀਤਾ ਹੋਇਆ, ਕਾਨੂੰਨ ਦੀ ਪੜ੍ਹਾਈ ਪੜ੍ਹੀ ਹੈ। ਹੁਣ ਕੀ SGPC ਨੇ ਕਾਨੂੰਨੀ ਲੜਾਈ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਠੀਕ ਤਰੀਕੇ ਨਹੀਂ ਲੜੀ? ਜੇ ਠੀਕ ਤਰੀਕੇ ਲੜੀ ਤਾਂ ਫੈਸਲਾ ਵੱਖਰੀ ਕਮੇਟੀ ਦੇ ਹੱਕ 'ਚ ਕਿਉਂ ਆਇਆ? ਜੇ ਕਾਨੂੰਨ ਜਾਂ ਪਹਿਲਾਂ ਬਣਿਆ ਹੋਇਆ ਜਿਹੜਾ ਉਹ ਸਾਰਾ ਪ੍ਰਾਵਧਾਨ ਆ ਉਹ ਇੱਕ ਕਮੇਟੀ ਦੇ ਹੱਕ ਦੇ ਵਿੱਚ ਆ, ਤਾਂ ਆਪਾਂ ਕਮਜ਼ੋਰ ਕਿੱਥੇ ਸਾਬਿਤ ਹੋਏ? ਕਿਉਂਕਿ ਪਹਿਲਾਂ ਤਾਂ ਆਪਾਂ ਇਹ ਕਹਿੰਦੇ ਸੀ ਕਿ ਪਾਣੀਆਂ ਦੇ ਮੁੱਦੇ ਦੇ ਉੱਤੇ ਜੀ ਵਕੀਲ ਨਹੀਂ ਭੇਜੇ, ਹੁਣ ਤਾਂ ਸਾਰਾ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਸੀ। ਦੇਖੋ, ਗੱਲ ਇਹ ਹੈ, ਪਹਿਲਾਂ ਤਾਂ ਇਹਨੂੰ ਸਮਝਣਾ ਪਏਗਾ ਕਿ ਜਿਹੜਾ 1925 ਦਾ ਐਕਟ ਹੈ, ਇਹ ਪ੍ਰੋਵਿੰਸ਼ੀਅਲ ਐਕਟ ਹੈ ਜਿਹੜਾ ਅੰਗਰੇਜ਼ਾਂ ਦੇ ਵੇਲੇ ਉਸ ਵੇਲੇ ਪੰਜਾਬ ਅਸੈਂਬਲੀ ਨੇ ਜਿਹੜਾ ਉਹ ਪਾਸ ਕੀਤਾ ਸੀ। ਆਜ਼ਾਦੀ ਤੋਂ ਪਹਿਲਾਂ ਪਾਕਿਸਤਾਨ ਦੇ ਜਿਹੜੇ ਗੁਰਦੁਆਰੇ ਇਤਿਹਾਸਕ ਹੈ ਉਹ ਵੀ ਇਸੇ SGPC ਦੇ ਕੋਲ ਸੀ ਤੇ ਆਜ਼ਾਦ ਦੇਸ਼ ਦੇ ਜਿਹੜੇ ਸਾਡੇ ਪੰਜਾਬ ਦੇ ਗੁਰਦੁਆਰੇ ਆ ਉਹ ਵੀ ਇਸੇ ਐਕਟ ਦੇ ਅੰਡਰ ਜਿਹੜੇ ਸਾਡੇ ਕੋਲ ਸੀ। ਦੇਸ਼ ਦੀ ਵੰਡ ਹੋਈ, ਸਾਡੇ ਵੱਸੋਂ ਬਾਹਰ ਗੱਲ ਸੀ ਜੀ, ਲੇਕਿਨ ਬਾਕੀ ਉਸ ਵੇਲੇ ਪੰਜਾਬ ਦੇ ਜਿੰਨੇ ਗੁਰਦੁਆਰੇ ਸੀਗੇ, ਇਹ ਐਕਟ ਜਿਹੜਾ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਲਾਗੂ ਕਰਦੀ ਰਹੀ, ਕਿਉਂਕਿ ਉਦੋਂ ਬਾਕੀ ਪੰਜਾਬ ਹੀ ਬਚਿਆ ਸੀ ਜੀ ਤੇ ਪੰਜਾਬ ਦੀ ਸਰਕਾਰ ਹੀ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਸੀ ਇਸ ਐਕਟ ਦੇ ਅੰਦਰ ਜਿਹੜੇ ਆ ਗੁਰਦੁਆਰੇ ਦੀ SGPC ਦਾ ਕੰਮ ਜਿਹੜਾ ਉਹ ਚਲਾਉਂਦੀ ਰਹੀ।
1957 ਦੇ ਵਿੱਚ ਸੂਬਿਆਂ ਦਾ ਪੁਨਰਗਠਨ ਹੋਇਆ। ਉਦੋਂ ਜਿਹੜਾ ਹੈਗਾ ਪੈਪਸੂ ਨੂੰ ਇਹਦੇ ਵਿੱਚ ਐਡ ਕੀਤਾ ਗਿਆ ਤੇ ਪਹਿਲੀ ਵਾਰੀ ਜਿਹੜੀ ਇਹ ਤਬਦੀਲੀ ਹੋਈ। ਤੇ 1957 ਦੇ ਵਿੱਚ ਸੂਬਿਆਂ ਦੇ ਪੁਨਰਗਠਨ ਤੋਂ ਬਾਅਦ ਜਦੋਂ ਸਾਰੇ ਦੇਸ਼ ਦੇ ਵਿੱਚ ਸੂਬਿਆਂ ਦਾ ਪੁਨਰਗਠਨ ਹੋਇਆ, ਇੰਟਰ ਸਟੇਟ ਕਾਰਪੋਰੇਸ਼ਨ ਐਕਟ 1957 ਜਿਹੜਾ 57 ਦੇ ਵਿੱਚ ਬਣਿਆ, ਜਿਹਦੇ ਤਹਿਤ ਜਿਹੜੇ ਵੀ ਸੂਬੇ ਦੇ ਵਿੱਚ ਕੋਈ ਬਾਡੀ ਇੱਕ ਤੋਂ ਵੱਧ ਸੂਬਿਆਂ ਦੇ ਵਿੱਚ ਚਲੀ ਗਈ, ਉਹਦਾ ਜਿਹੜਾ ਪ੍ਰਬੰਧ ਹੈ ਉਹ ਉਸ ਐਕਟ ਦੇ ਅਧੀਨ ਕੇਂਦਰ ਸਰਕਾਰ ਨੂੰ ਦਿੱਤਾ ਗਿਆ। 1966 ਦੇ ਵਿੱਚ ਪੰਜਾਬ ਦਾ ਪੁਨਰਗਠਨ ਹੋਇਆ, ਜਿਹਦੇ ਵਿੱਚੋਂ ਪੰਜਾਬ ਬਣਿਆ, ਹਰਿਆਣਾ ਬਣਿਆ, ਕੁਛ ਹਿੱਸਾ ਹਿਮਾਚਲ 'ਚ ਗਿਆ, ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣੀ। ਫਿਰ ਇਹ ਦੁਬਿਧਾ ਖੜੀ ਹੋਈ ਸੀ ਤੇ ਇਹਦੇ ਵਿੱਚ ਸੈਕਸ਼ਨ 72 ਜਿਹੜਾ ਪੁਨਰਗਠਨ ਐਕਟ ਪੰਜਾਬ ਦੇ ਵਿੱਚ 66 ਦੇ ਵਿੱਚ ਉਹ ਐਡ ਕੀਤਾ ਗਿਆ, ਜਿਹਦੇ 'ਚ 3 ਚੀਜ਼ਾਂ ਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਕੀਤਾ ਗਿਆ। ਪਹਿਲੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਜੀ ਸੀ ਪੰਜਾਬ ਯੂਨੀਵਰਸਿਟੀ, ਤੀਜੀ ਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ। ਇਹ ਜਿਹੜਾ ਐਕਟ ਪਹਿਲਾਂ ਪੰਜਾਬ ਦਾ ਐਕਟ ਸੀ ਜਾਂ ਉਸ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਐਕਟ ਸੀ, ਇਹਦੀ ਜ਼ਿੰਮੇਵਾਰੀ ਫਿਰ ਕੇਂਦਰ ਸਰਕਾਰ ਨੇ, ਪਾਰਲੀਮੈਂਟ ਨੇ ਲੈ ਲਈ। ਉਸ ਤੋਂ ਬਾਅਦ ਜਿੰਨੀਆਂ ਇਲੈਕਸ਼ਨਾਂ ਹੋਈਆਂ ਸਾਡੇ, ਕਿਉਂਕਿ 4 ਸੂਬਿਆਂ ਦੇ ਵਿੱਚ ਸੀ, ਸਾਡੀ ਇਲੈਕਸ਼ਨ SGPC ਦੀ ਦੇਸ਼ ਦਾ ਗ੍ਰਹਿ ਮੰਤਰਾਲਾ ਕਰਾਉਂਦਾ। ਸਾਡਾ ਜਿਹੜਾ ਗੁਰਦੁਆਰਾ ਚੀਫ ਇਲੈਕਸ਼ਨ ਕਮਿਸ਼ਨ ਹੈ, ਉਹਦੀ ਨਿਯੁਕਤੀ ਜਿਹੜੀ ਹੈ ਕੇਂਦਰ ਸਰਕਾਰ ਕਰਦੀ ਹੈ। ਜਿੰਨੀਆਂ ਹੁਣ ਤੱਕ ਅਮੈਂਡਮੈਂਟਾਂ ਹੋਈਆਂ, ਨਵੇਂ ਗੁਰਦੁਆਰੇ ਐਡ ਹੋਏ, ਕੇਂਦਰ ਸਰਕਾਰ ਉਹਦੇ ਨੋਟੀਫਿਕੇਸ਼ਨ ਕਰਦੀ ਰਹੀ। ਜਿਹੜੀ ਸਹਿਜਧਾਰੀ ਸਿੱਖ ਦੀ ਜਿਹੜੀ ਇੱਕ ਕੇਸ ਚੱਲਿਆ ਸੀ, ਉਹਦੀ ਅਮੈਂਡਮੈਂਟ ਜਿਹੜੀ ਸਹਿਜਧਾਰੀ ਵਾਲੀ ਆ, ਉਹ 2016 ਦੇ ਵਿੱਚ ਪਾਰਲੀਮੈਂਟ ਨੇ ਕੀਤੀ। ਇਸ ਕਰਕੇ ਜਦੋਂ ਇੰਟਰ ਸਟੇਟ ਬਾਡੀ ਕਾਰਪੋਰੇਟ ਬਣ ਗਈ ਤੇ ਉਸ ਤੋਂ ਬਾਅਦ ਪਾਰਲੀਮੈਂਟ ਲਗਾਤਾਰ ਉਸ ਐਕਟ ਨੂੰ ਰੈਗੂਲੇਟ ਕਰ ਰਹੀ ਹੈ। ਤੇ ਫਿਰ ਮੈਨੂੰ ਦੱਸੋ ਵੀ ਹਰਿਆਣੇ ਨੂੰ ਕਿੰਨੇ ਹੱਕ ਦਿੱਤਾ ਇੱਕ ਸੂਬੇ ਨੂੰ ਕਿ ਉਹ ਬਾਡੀ ਜਿਹੜੀ ਬਣੀ ਹੋਈ ਹੈ ਇੰਨੇ ਸੂਬਿਆਂ ਦੇ ਵਿੱਚ, ਹਿਮਾਚਲ ਵੀ ਉਹਦੇ 'ਚ ਆਉਂਦਾ, ਹਰਿਆਣਾ ਵੀ ਆਉਂਦਾ, ਪੰਜਾਬ ਵੀ ਆਉਂਦਾ, UT ਵੀ ਆਉਂਦਾ, ਤੇ ਹਰਿਆਣਾ ਉਹਦੇ 'ਚ ਕਿਵੇਂ ਆਪਣਾ ਕਾਨੂੰਨ ਬਣਾ ਲਿਆ। 1957 ਦਾ ਜਿਹੜਾ ਇੰਟਰ ਸਟੇਟ ਕਾਰਪੋਰੇਸ਼ਨ ਐਕਟ ਸੀ, ਉਹ ਇਸੇ ਕਰਕੇ ਬਣਾਇਆ ਗਿਆ ਸੀ ਕਿ ਅਗਰ ਕੋਈ ਬਾਡੀ ਜਿਹੜੀ ਹੈ ਇੰਟਰ ਸਟੇਟ ਬਾਡੀ ਬਣ ਗਈ ਹੈ ਸੂਬਿਆਂ ਦੇ ਪੁਨਰਗਠਨ ਕਰਕੇ, ਕਿਉਂਕਿ ਬਹੁਤ ਚੀਜ਼ਾਂ ਉਹਦੇ ਵਿੱਚ ਆਈਆਂ ਸੀ। ਬਿਜਲੀ ਬੋਰਡ 2-2 ਸਟੇਟਾਂ 'ਚ ਚਲੇ ਗਏ, ਜਿਹੜੀਆਂ ਕੋਆਪਰੇਟਿਵ ਬਾਡੀ ਸੀ 2-2 ਸਟੇਟਾਂ ਦੇ ਵਿੱਚ ਚਲੇ ਗਈਆਂ, ਜਿਹੜੀ ਫਾਈਨੈਂਸ਼ੀਅਲ ਕਾਰਪੋਰੇਸ਼ਨ ਸੀ 2-2 3-3 ਸਟੇਟਾਂ 'ਚ ਚਲੇ ਗਈਆਂ। ਇਸ ਕਰਕੇ ਕੇਂਦਰ ਦਾ ਇੱਕ ਨਿਯਮ ਨਿਰਧਾਰਿਤ ਕਰ ਦਿੱਤਾ ਗਿਆ ਕਿ ਅਗਰ ਕੋਈ ਬਾਡੀ ਇੰਟਰ ਸਟੇਟ ਬਾਡੀ ਬਣ ਗਈ ਹੈ ਔਰ ਦੂਜੀ ਸਟੇਟ ਚਾਹੁੰਦੀ ਹੈ ਕਿ ਆਪਣੀ ਨਵੀਂ ਬਾਡੀ ਬਣਾ ਕੇ ਸਾਰੀਆਂ ਉਹਦੀਆਂ ਜਾਇਦਾਦਾਂ ਉਹਦੇ ਹਵਾਲੇ ਕਰੇ, ਤੇ ਉਹਦੇ ਵਾਸਤੇ ਇੱਕ ਸਿਸਟਮ ਨਿਰਧਾਰਿਤ ਕੀਤਾ ਗਿਆ ਕਿ ਤੁਸੀਂ ਇੱਕ ਪਲਾਨ ਬਣਾਓਗੇ। ਜਿਸ ਸੂਬੇ ਦੇ ਵਿੱਚ ਉਹ ਗਈ ਹੈ ਉਹ ਪਲਾਨ ਬਣਾਏਗੀ, ਆਪਣੀ ਪਲਾਨ ਬਣਾ ਕੇ ਕੇਂਦਰ ਸਰਕਾਰ ਨੂੰ ਭੇਜੇਗੀ। ਕੇਂਦਰ ਸਰਕਾਰ ਉਹਦੀ ਚਾਹੇ ਤਾਂ ਮੋਡੀਫਿਕੇਸ਼ਨ ਕਰ ਲਵੇ ਔਰ ਦੂਜਾ ਸੂਬਾ ਜਿਹਦੇ ਵਿੱਚੋਂ ਆਈ ਹੈ ਉਹਦੇ ਨਾਲ ਸਲਾਹ ਕਰੇ ਤੇ ਉਸ ਪਲਾਨ ਨੂੰ ਪ੍ਰਵਾਨਗੀ ਦੇਗੀ ਤੇ ਫਿਰ ਉਹ ਨਵੀਂ ਬਾਡੀ ਜਿਹੜੀ ਹੈ ਉਸ ਸੂਬੇ ਦੀ ਬਣਾ ਸਕੇਗੀ। ਹੁਣ ਇਹਦੀ ਪ੍ਰੋਵੀਜ਼ਨ ਤਾਂ ਇਹ ਸੀ। ਇੱਥੇ ਇਹ ਹੋ ਗਿਆ ਕਿ ਹਰਿਆਣੇ ਨੂੰ ਰਾਤੋਂ ਰਾਤ ਇਲੈਕਸ਼ਨ ਵੇਲੇ ਚੇਤਾ ਆਇਆ ਕਿ ਸਿੱਖਾਂ ਨੂੰ ਵੰਡਣ ਵਾਸਤੇ ਇੱਕ ਧੜਾ ਆਪਣੇ ਨਾਲ ਜੋੜਨ ਵਾਸਤੇ, ਔਰ ਧੜਾ ਵੀ ਉਹ ਜਿਹੜਾ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਾਂ ਕਦੀ ਜਿੱਤ ਨਹੀਂ ਸਕਦਾ ਸੀ। ਉਹਨਾਂ ਨੂੰ ਖੁਸ਼ ਕਰਨ ਵਾਸਤੇ ਇੱਕ ਜਿਹੜਾ ਰਾਤੋਂ ਰਾਤ ਐਕਟ ਬਣਾ ਕੇ ਤੇ ਇੱਕ ਦੁਬਿਧਾ ਖੜੀ ਕਰ ਦਿੱਤੀ, ਔਰ ਉਹਦਾ ਸੁਪਰੀਮ ਕੋਰਟ ਦੇ ਵਿੱਚੋਂ ਉਸ ਤੋਂ ਬਾਅਦ ਸਟੇ ਚੱਲ ਰਿਹਾ ਸੀ। 4 ਗੁਰਦੁਆਰੇ ਛੋਟੇ ਸਥਾਨ ਉਹਨਾਂ ਕੋਲ ਸੀ, ਬਾਕੀ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਸੀ। ਇਸ ਕਰਕੇ ਅੰਧੇਰਗਰਦੀ ਇਸ ਗੱਲ ਦੀ ਹੈ ਕਿ ਹੁਣ ਜਿਹੜੀ ਜੱਜਮੈਂਟ ਤੋਂ ਬਾਅਦ ਜੋ ਹਾਲਾਤ ਪੈਦਾ ਹੋ ਗਏ, ਅੱਜ ਤਾਂ ਫਿਰ ਜਿਹੜੇ ਐਕਟ ਹੈ 1925 ਦਾ, ਉਹਦੀ ਸਥਿਤੀ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ। ਤੁਸੀਂ ਹਰਿਆਣੇ ਦਾ ਪੱਖ ਤਾਂ ਪੂਰ ਦਿੱਤਾ, ਉਹਨੂੰ ਮਾਨਤਾ ਕਮੇਟੀ ਨੂੰ ਦੇਤੀ। ਇਹ ਜਿਹੜੀ ਖਾਨਾ ਜੰਗੀ ਜਿਹੜੀ ਭਰਾ ਮਾਰੂ ਜੰਗ ਤੁਸੀਂ ਸ਼ੁਰੂ ਕਰਵਾ ਦਿੱਤੀ। ਹੁਣ ਇਹ ਦੱਸੋ ਕਿ ਐਕਟ ਦਾ ਫੈਸਲਾ ਕੌਣ ਕਰੂਗਾ? ਹਰਿਆਣੇ ਦਾ ਤਾਂ ਤੁਸੀਂ ਕਹਿ ਦਿੱਤਾ ਕਿ ਉਹਦੀ ਆਪਣਾ ਜਿਹੜਾ ਐਕਟ ਬਣਿਆ ਉਹ ਠੀਕ ਹੈ, ਤੇ ਬਾਕੀ ਜਿਹੜੀ ਸ਼੍ਰੋਮਣੀ ਕਮੇਟੀ ਉਹ ਕਿੱਥੇ ਜਾਵੇ? ਹੁਣ ਇਹਦਾ ਮਾਲਕ ਕੌਣ ਰਹਿ ਗਿਆ? ਤੁਸੀਂ ਕਹਿੰਦੇ ਹੋ ਫੈਸਲੇ ਦੇ ਵਿੱਚ ਕਿਹਾ ਕਿ ਜਿਹੜਾ ਹਰਿਆਣੇ ਨੂੰ ਹੱਕ ਹੈ, ਤੇ ਮੈਨੂੰ ਦੱਸੋ ਫਿਰ ਪੰਜਾਬ ਪੁਨਰਗਠਨ ਐਕਟ ਦਾ ਸੈਕਸ਼ਨ 72 ਜਿਹੜਾ ਉਹਦਾ ਕੀ ਬਣਿਆ? ਚੀਮਾ ਸਾਹਿਬ, ਮੈਂ ਇੱਥੇ ਪੁੱਛਣਾ ਚਾਹੁੰਦਾ, ਜਦੋਂ ਅਸੀਂ ਤੁਹਾਡਾ ਨਾਮ ਲੈਂਦੇ ਹੁੰਦੇ ਨਾ ਖਬਰਾਂ ਦੇ ਵਿੱਚ, ਕੋਈ ਐਨਾਲਿਸਿਸ ਕਰਦੇ ਹਾਂ, ਅਸੀਂ ਕਹਿੰਦੇ ਡਾਕਟਰ ਦਲਜੀਤ ਸਿੰਘ ਚੀਮਾ। ਇਹਦਾ ਮਤਲਬ ਹੈ ਕਿ ਉਹ ਬਹੁਤ ਸਾਰੀਆਂ ਜਮਾਤਾਂ ਜਿੱਥੇ ਕੋਈ ਬੰਦਾ ਪਹੁੰਚਦਾ ਸੋਚਦਾ ਵੀ ਨਹੀਂ ਕਿ ਭਾਈ ਇੱਥੇ ਤੱਕ ਅਸੀਂ ਕਦੇ ਜਾਵਾਂਗੇ, ਉਹ ਤੁਸੀਂ ਉਹ ਸਾਰੀਆਂ ਜਮਾਤਾਂ ਪੜ੍ਹੀਆਂ। ਧਾਮੀ ਸਾਹਿਬ ਜਿਹੜੇ ਕਿ ਇਸ ਵੇਲੇ SCPC ਦੇ ਪ੍ਰਧਾਨ ਨੇ, ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਕਿ ਖੁਦ ਵਕੀਲ ਨੇ, ਵਕਾਲਤ ਕੀਤੀ ਹੋਈ ਹੈ। ਤੁਸੀਂ ਚੀਜ਼ਾਂ ਸਾਰੀਆਂ ਦੱਸੀਆਂ ਕਿ ਇਹ ਵੀ ਕੇਂਦਰ ਸਰਕਾਰ ਦਾ ਨੋਟੀਫਿਕੇਸ਼ਨ, ਇਹ ਵੀ ਮੈਨੂੰ ਸਮਝ ਆ ਗਈਆਂ ਕਿ ਹੁਣ ਹਰਿਆਣੇ ਨੇ ਕਿਉਂ ਕਰ ਦਿੱਤਾ। ਇਹ ਗੱਲਾਂ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜੱਜ ਸਾਹਿਬ ਦੇ ਸਾਹਮਣੇ ਕੀ ਰੱਖੀਆਂ ਨਹੀਂ ਗਈਆਂ? ਜੇ ਰੱਖੀਆਂ ਗਈਆਂ ਤਾਂ ਉਹਨਾਂ ਨੂੰ ਕੀ ਸਮਝਾ ਨਹੀਂ ਸਕੇ? ਜੇ ਸਮਝਾ ਸਕੇ ਤਾਂ ਫੈਸਲਾ ਉਲਟ ਕਿਉਂ ਆਇਆ?
ਦੇਖੋ ਗੱਲ ਇਹ ਹੈ, ਪਹਿਲੀ ਤਾਂ ਗੱਲ ਹੈ ਕਿ ਇਹਦੇ ਵਿੱਚ ਜੋ ਸਾਡੀਆਂ ਸੂਬੇ ਦੀਆਂ ਸਰਕਾਰਾਂ ਸੀ ਜੀ, ਕਿਉਂਕਿ 2014 'ਚ ਐਕਟ ਬਣਿਆ ਤੇ ਬਾਦਲ ਸਾਹਿਬ ਦੀ ਸਰਕਾਰ ਸੀ, ਅਸੀਂ ਠੋਕ ਕੇ ਇਸ ਐਕਟ ਦੀ ਮੁਖਾਲਫਤ ਕੀਤੀ, ਠੋਕ ਕੇ। ਪੂਰੀਆਂ ਰਿਟਨ ਸਟੇਟਮੈਂਟਾਂ ਅੱਜ ਵੀ ਰਿਕਾਰਡ ਦੇ ਵਿੱਚ ਨੇ। ਲੇਕਿਨ ਜਦੋਂ ਕਹਿੰਦੇ ਕਿ ਵਾੜ ਖੇਤ ਨੂੰ ਖਾਣ ਲੱਗ ਜੇ, ਬਾਦਲ ਸਾਹਿਬ ਗਏ, ਕੈਪਟਨ ਅਮਰਿੰਦਰ ਸਿੰਘ ਆ ਗਏ, ਉਹਨਾਂ ਨੇ ਸਾਡਾ ਜਿਹੜਾ ਉਸ ਵੇਲੇ ਪੱਖ ਉੱਥੇ ਲਿਆ ਗਿਆ ਸੀ, ਪਹਿਲਾਂ ਤਾਂ ਉਹ ਪੱਖ ਸਾਰਾ ਰੱਦ ਕਰਕੇ ਹਰਿਆਣੇ ਦੇ ਹੱਕ ਦੇ ਵਿੱਚ ਜਿਹੜੇ ਆ ਉੱਥੇ ਫਾਈਲ ਕਰ ਦਿੱਤਾ ਕੈਪਟਨ ਸਾਹਿਬ ਨੇ। ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਆਈ ਸਾਡੀ, ਇਹ ਵੀ ਪਿੱਛੇ ਨਹੀਂ ਰਹੀ, ਇਹਨਾਂ ਨੂੰ ਸਾਡੇ ਸਮਾਂ ਤਾਂ ਥੋੜ੍ਹਾ ਮਿਲਿਆ, ਪਰ ਤੇਲ ਇਹਨਾਂ ਨੇ ਜੜ੍ਹਾਂ 'ਚ ਉਸ ਤੋਂ ਵੱਧ ਪਾਇਆ। ਇਹਨਾਂ ਨੇ ਵੀ ਜਿਹੜੀਆਂ ਰੀਸੈਂਟ ਐਡਮਿਸ਼ਨਸ ਜਿਹੜੀਆਂ ਉੱਥੇ ਜਿਹੜੀਆਂ ਸਬਮਿਸ਼ਨ ਦਿੱਤੀਆਂ ਅਖੀਰ ਦੇ ਉੱਤੇ ਜੱਜਮੈਂਟ ਤੋਂ ਥੋੜ੍ਹੇ ਦਿਨ ਪਹਿਲਾਂ, ਉਹਦੇ ਵਿੱਚ ਫਿਰ ਇਹਨਾਂ ਨੇ ਜਾ ਕੇ ਹਰਿਆਣੇ ਦਾ ਹੱਕ ਪੂਰਾ, ਕਿਉਂਕਿ ਉੱਧਰ ਕੇਜਰੀਵਾਲ ਬੈਠਾ, ਉੱਧਰ ਹੁਕਮ ਹੈ ਕਿ ਹਰਿਆਣੇ ਦੀ ਇਲੈਕਸ਼ਨ ਹੈ। ਮੈਂ ਤੁਹਾਨੂੰ ਜ਼ਬਾਨੀ ਗੱਲ ਨਹੀਂ ਕਰੂੰਗਾ, ਆਹ ਜੱਜਮੈਂਟ ਦੇ ਵਿੱਚੋਂ ਮੈਂ ਤੁਹਾਨੂੰ ਅੱਖਰ ਪੜ੍ਹ ਕੇ ਸੁਣਾਉਣ ਲੱਗਿਆ। ਇੱਕੋ ਮਿੰਟ ਰੁਕਿਓ, ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਡਾਕਟਰ ਦਲਜੀਤ ਸਿੰਘ ਚੀਮਾ, ਲੀਡਰ ਸ਼੍ਰੋਮਣੀ ਅਕਾਲੀ ਦਲ, ਇਹ ਦੋਸ਼ ਲਾਉਂਦੇ ਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ 2012 ਤੋਂ 17 ਵਾਲੀ, ਤੇ ਤੁਸੀਂ ਅਦਾਲਤ ਦੇ ਵਿੱਚ ਠੋਕ ਕੇ ਕਿਹਾ ਕਿ ਭਾਈ SGPC ਇੱਕ ਰਹਿਣੀ ਚਾਹੀਦੀ ਹੈ। ਤੁਸੀਂ ਐਲੀਗੇਸ਼ਨ ਲਾਇਆ ਕਿ ਕੈਪਟਨ ਸਾਹਿਬ ਦੀ ਸਰਕਾਰ ਨੇ ਤੁਹਾਡਾ ਸਟੈਂਡ ਚੇਂਜ ਕਰਕੇ ਇਹ ਕਹਿਤਾ ਕਿ ਜੀ ਹਰਿਆਣੇ ਨੂੰ ਵੱਖਰੀ ਕਮੇਟੀ ਦੇ ਦਿਓ। ਤੁਸੀਂ ਦੂਸਰਾ ਦੋਸ਼ ਇਹ ਲਾਤਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਵੀ ਕਹਿਤਾ ਕਿ ਹਰਿਆਣੇ ਨੂੰ ਵੱਖਰੀ ਕਮੇਟੀ ਦੇ ਦਿਓ। ਕੀ ਕੋਈ ਸਬੂਤ ਹੈ? ਇਹ ਦੇਖੋ, ਇਹ ਹੈ ਜੱਜਮੈਂਟ, ਬਾਹਰਲਾ ਸਫਾ ਮੈਂ ਇਸੇ ਕਰਕੇ ਪਹਿਲਾਂ ਦਿਖਾ ਰਿਹਾ ਕਿ ਇਹ ਜੱਜਮੈਂਟ ਹੈ, ਤੁਸੀਂ ਧਿਆਨ ਨਾਲ ਦੇਖ ਲਓ। ਤੇ ਆਹ 27 ਸਫਾ ਜੱਜਮੈਂਟ ਦਾ 31 ਨੰਬਰ ਜਿਹੜਾ ਜੱਜਮੈਂਟ ਦਾ ਪੁਆਇੰਟ ਹੈ, ਇਹ ਮੈਂ ਪੜ੍ਹਨ ਲੱਗਿਆ। ਜੱਜ ਸਾਹਿਬ ਲਿਖ ਰਹੇ ਆ, ਅੱਛਾ, ਇਹ ਆਰਡਰ ਹੈ, ਆਰਡਰ ਦਿਖਾ। ਦੀ ਸਟੇਟ ਆਫ ਹਰਿਆਣਾ ਕਮੇਟੀ ਐਂਡ ਸਟੇਟ ਆਫ ਪੰਜਾਬ ਹੈਵ ਟੇਕਨ ਵਨ ਸਟੈਂਡ and argued that power to legislate the impugned Haryana Act is not with the Parliament but with the state। ਅਸੀਂ ਕਹਿੰਦੇ ਸੀ ਕਿ ਇਸ ਐਕਟ ਨੂੰ ਕੋਈ ਜੇ ਤਬਦੀਲ ਕਰ ਸਕਦਾ ਉਹ ਪਾਰਲੀਮੈਂਟ ਕਰ ਸਕਦੀ ਹੈ, ਜਿਹੜਾ ਅਸੀਂ ਵਿਊ ਪਹਿਲਾਂ ਲਿਆ ਸੀ। ਇਹ ਜੱਜ ਸਾਹਿਬ ਹੁਣ ਕਹਿੰਦੇ ਆ ਇਹ ਸਰਕਾਰ ਦੋਨਾਂ ਦੀ ਗੱਲ ਕਰ ਰਹੀ, ਹਰਿਆਣੇ ਦੀ ਵੀ ਪੰਜਾਬ ਦੀ। ਦੋਨਾਂ ਦੀਆਂ ਸਬਮਿਸ਼ਨਸ ਮੇਰੇ ਕੋਲ ਆ। ਮੈਂ ਤਾਂ ਅੱਜ ਕੋਈ ਭੁਲੇਖਾ ਨਹੀਂ, ਕਿਉਂਕਿ ਤੁਸੀਂ ਉਸ ਦੇਸ਼ ਦੇ ਵਿੱਚ ਵੀ ਟੈਲੀਕਾਸਟ ਕਰਨਾ ਜਿੱਥੇ ਸਾਰੀ ਗੱਲ ਡਾਕੂਮੈਂਟ ਦੀ ਹੁੰਦੀ ਹੈ। ਇਹ ਜਿਹੜੀਆਂ ਭਗਵੰਤ ਮਾਨ ਜੀ ਦੀ ਸਰਕਾਰ ਦੀ ਸਬਮਿਸ਼ਨਸ ਹੈ, ਇਹ ਉਹਦੀਆਂ ਨੇ। ਨਹੀਂ, ਇਹ ਕਿਵੇਂ ਦਾਅਵਾ ਕੀਤਾ ਜਾ ਸਕਦਾ ਕਿ ਉਹਨਾਂ ਨੇ ਸਬਮਿਟ ਕੀਤੀਆਂ, ਕਿਉਂਕਿ ਸਰਕਾਰ ਬਣੀ ਨੂੰ 6 ਮਹੀਨੇ ਹੋਏ ਆ। ਮੈਂ ਤਾਂ ਕਹਿੰਦਾ ਤੁਹਾਨੂੰ ਤਾਂ ਮੈਂ ਇੱਕ ਡਾਕੂਮੈਂਟ ਤੁਹਾਨੂੰ ਮੈਂ ਜ਼ਰੂਰ ਨਾਲ ਦੇ ਦਿਆਂਗਾ, ਉਹਦੇ ਨਾਲ ਸਬਮਿਸ਼ਨ ਦੇ ਨਾਲ ਜਿਹੜੀਆਂ ਡੇਟਾ ਲੱਗੀਆਂ, ਇਹਦੇ ਨਾਲ ਡੇਟਾ ਲੱਗੀਆਂ, ਮੈਂ ਤੁਹਾਨੂੰ ਕਾਗਜ਼ ਦੇਣਾ, ਡਾਕੂਮੈਂਟ ਦੇਣਾ ਜੀ, ਇਹਦੇ ਨਾਲ ਡੇਟਾ ਲੱਗੀਆਂ ਜੀ। ਇਹ ਮੈਂ ਤੁਹਾਨੂੰ ਡੇਟਾ ਨਾਲ ਪੜ੍ਹ ਕੇ ਦੱਸਾਂ, ਇਹੀ ਆ, ਮੈਨੂੰ ਪੜ੍ਹਾ ਦਿਓ। ਮੈਨੂੰ ਸੀ ਕਿ ਕੋਈ ਗਲਤ ਗੱਲ ਨਾ ਜਾਵੇ। ਆਹ ਦੇਖੋ ਜੀ, ਇਹ ਸਬਮਿਸ਼ਨਸ ਹੋਈਆਂ ਨੇ 29/8/22 ਨੂੰ, ਹਾਲੇ ਅਗਸਤ ਦਾ ਮਹੀਨਾ, ਹੁਣ ਸਤੰਬਰ ਚੜ੍ਹਿਆ ਜੀ। ਇਹ ਪਿਛਲੇ ਮਹੀਨੇ ਜਿਹੜੀਆਂ ਨੇ ਇਹ ਸਬਮਿਸ਼ਨਸ ਹੋਈਆਂ ਨੇ। ਇਹ ਭਗਵੰਤ ਮਾਨ ਦੀ ਜਿਹੜੀ ਸਰਕਾਰ ਹੈ, ਇਹ ਉਹਦੀਆਂ ਸਬਮਿਸ਼ਨਸ ਨੇ। ਇਸ ਤੋਂ ਪਹਿਲਾਂ ਮੈਂ ਇਹਦੇ ਵਿੱਚ ਹੀ ਰੱਖੀਆਂ ਹੋਈਆਂ ਨੇ। ਇਹ ਐਫੀਡੈਵਿਟ ਹੈ ਅਮਰਿੰਦਰ ਸਿੰਘ ਗਰਾਂ ਦੀ ਸਰਕਾਰ ਦਾ, ਜਿਹੜਾ ਉਹਨਾਂ ਨੇ ਉਸ ਵੇਲੇ 22/11/2019, ਆਹ ਤਰੀਕ ਹੈ ਜੀ, 22/11/2019 ਨੂੰ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਜਿਹੜਾ ਇਹ ਉਹਨਾਂ ਦਾ ਫਾਈਲ ਕੀਤਾ ਹੋਇਆ। ਔਰ ਉਸ ਤੋਂ ਪਹਿਲਾਂ ਜਿਹੜਾ ਸਾਡਾ ਪੰਜਾਬ ਦੀ ਸਰਕਾਰ ਦਾ ਜਿਹੜਾ ਫਾਈਲ ਕੀਤਾ ਹੋਇਆ, ਇਹ 24/8/2014 ਦਾ ਇਹ ਸਾਡਾ ਫਾਈਲ ਕੀਤਾ ਸੁਪਰੀਮ ਕੋਰਟ 'ਚ। ਨਹੀਂ, ਸੁਪਰੀਮ ਕੋਰਟ 'ਚ ਕੇਸ ਹੀ ਸੁਪਰੀਮ ਕੋਰਟ ਚੱਲ ਰਿਹਾ ਜੀ। ਇਹੀ ਜੱਜ ਸਾਹਿਬ ਨੇ ਲਿਖਿਆ ਨਾ ਕਿ ਹੁਣ ਜਿਹੜੇ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ, ਹਰਿਆਣਾ ਕਮੇਟੀ ਵੀ ਤੇ ਹਰਿਆਣਾ ਗੌਰਮੈਂਟ ਜੀ, ਹੁਣ ਦੱਸੋ ਜੇ ਵਾੜ ਖੇਤ ਨੂੰ ਖਾਏਗੀ। ਇਹ ਲੋਕੀ ਇਹਨਾਂ ਦੇ ਚਿਹਰੇ ਦੇਖੋ ਜਿਹੜੇ ਗੱਲਾਂ ਕਰਦੇ ਹੁੰਦੇ ਆ ਟੈਲੀਵਿਜ਼ਨਾਂ 'ਤੇ ਆ ਕੇ। ਹੁਣ ਪੁੱਛੋ ਭਗਵੰਤ ਮਾਨ ਜੀ ਨੂੰ ਵੀ ਇਹ ਕੇਜਰੀਵਾਲ ਦਾ ਹੁਕਮ ਸੀ ਕਿ ਕਿਹਦਾ ਹੁਕਮ ਸੀ? ਪੁੱਛੋ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਤੋਹਫਾ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਫੈਸਲੇ ਦਾ ਕਿ ਜਿੱਦਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤੇ ਸਵੇਰੇ ਜਾ ਕੇ ਫੈਸਲਾ ਵੀ ਹੋ ਗਿਆ। ਨਹੀਂ ਤਾਂ ਪਹਿਲਾਂ ਰੱਖ ਗਏ ਸੀ, ਕਾਗਜ਼ ਪੱਤਰ ਤਾਂ ਪਹਿਲਾਂ ਬਣਾ ਕੇ ਗਏ ਸੀ, ਪਰ ਜਿਸ ਦਿਨ ਬੀਜੇਪੀ 'ਚ ਗਏ ਨੇ ਤੇ ਪਹਿਲੇ ਦਿਨ ਜਾਂਦਿਆਂ ਉਹਨਾਂ ਨੂੰ ਤੋਹਫਾ ਮਿਲਿਆ ਕਿ ਉਦੋਂ ਹੀ ਜੱਜਮੈਂਟ ਆ ਗਈ ਕਿ ਹਰਿਆਣਾ ਦਾ ਜਿਹੜਾ ਤੁਸੀਂ ਕਹਿ ਕੇ ਆਏ ਸੀ ਉਹ ਵੱਖਰੀ ਕਮੇਟੀ ਦਾ ਉਹ ਪ੍ਰਵਾਨ ਹੋ ਗਿਆ। ਚੀਮਾ ਸਾਹਿਬ, ਕਿਉਂ ਦਊਗੀ ਸਰਕਾਰ, ਜਾਣੀ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਜਾਂ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਿਉਂ ਕਹਿਣਗੇ ਇਹ ਕਿ ਭਾਈ ਹਰਿਆਣੇ 'ਚ ਵੱਖਰੀ ਕਮੇਟੀ ਬਣ ਜਾਵੇ? ਕਿਉਂਕਿ ਲੋਕਾਂ ਨੇ ਕੈਪਟਨ ਸਾਹਿਬ ਨੂੰ ਵੀ ਵੋਟਾਂ ਪਾ ਕੇ ਜਿਤਾਇਆ ਸੀ, ਭਗਵੰਤ ਮਾਨ ਸਾਹਿਬ ਨੂੰ ਵੀ। ਦੇਖੋ, ਇਸ ਵੇਲੇ ਹਰਿਆਣੇ ਦੇ ਵਿੱਚ ਇਲੈਕਸ਼ਨ ਹੈ। ਪਹਿਲਾਂ ਵੀ ਦੇਖੋ ਤੁਸੀਂ ਪਿੱਛੇ
ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਚੰਡੀਗੜ੍ਹ ਦੇ ਬਾਰੇ ਦੇ ਵਿੱਚ ਸਟੇਟਮੈਂਟ ਦੇ ਦਿੱਤੀ ਕਿ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਵਾਸਤੇ ਜਗ੍ਹਾ ਦਿਆਂਗੇ। ਤੇ ਭਗਵੰਤ ਮਾਨ ਨੂੰ ਚਾਹੀਦਾ ਸੀ ਕਿ ਉਸੇ ਦਿਨ ਹੀ ਤਗੜੇ ਹੋ ਕੇ ਕਹਿੰਦਾ ਕਿ ਕਿਸੇ ਦਾ ਹੱਕ ਨਹੀਂ ਚੰਡੀਗੜ੍ਹ ਪੰਜਾਬ ਦਾ। ਉਹਨੇ ਨਾਲ ਹੀ ਕਹਿਤਾ ਸਾਨੂੰ ਵੀ ਜਗ੍ਹਾ ਦੇ ਦਿਓ ਜੀ ਥੋੜ੍ਹੀ ਜਿਹੀ। ਮਾਲਕ ਨੂੰ ਹੀ ਨਹੀਂ ਪਤਾ ਕਿ ਮੈਂ ਚੰਡੀਗੜ੍ਹ ਦਾ ਮਾਲਕ ਹਾਂ। ਆਪਣੀ ਮਾਲਕੀ ਦਾ ਹੱਕ ਗਵਾ ਕੇ ਕੇਜਰੀਵਾਲ ਨੂੰ ਖੁਸ਼ ਕਰਨ ਨੂੰ ਕਹਿਤਾ, ਕਿਉਂਕਿ ਕੇਜਰੀਵਾਲ ਦਾ ਹੁਕਮ ਆ ਗਿਆ ਸੀ ਕਿ ਤੂੰ ਹਰਿਆਣੇ ਕਰਕੇ ਉੱਥੇ ਜਿਹੜੀ ਆ ਸਾਨੂੰ ਨੁਕਸਾਨ ਨਾ ਹੋਵੇ। ਜਿਵੇਂ ਜਿਹੜੀ ਆ ਉਹ ਬੈਨੀਫਿਟ ਲੈਣਾ ਚਾਹੁੰਦੇ ਬੀਜੇਪੀ ਵਾਲੇ, ਉਸੇ ਤਰੀਕੇ ਦੀ ਭਾਸ਼ਾ ਤੁਸੀਂ ਬੋਲਦੇ। ਜੇ SYL ਦੀ ਗੱਲ ਕਰਾਂ ਤਾਂ ਸੁਸ਼ੀਲ ਗੁਪਤਾ ਜਿਹੜਾ ਹਰਿਆਣੇ ਦਾ ਇੰਚਾਰਜ ਹੈ, ਰਾਜ ਸਭਾ ਦਾ ਮੈਂਬਰ ਹੈ, ਉਹਨੇ ਗਰੰਟੀ ਦਿੱਤੀ ਹਰਿਆਣੇ ਦੇ ਲੋਕਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦਿਓ, ਤੁਹਾਡੇ ਖੇਤਾਂ ਦੇ ਵਿੱਚ SYL ਦੇ ਰਾਹੀਂ ਪੰਜਾਬ ਦਾ ਪਾਣੀ ਪਹੁੰਚੇਗਾ। ਤੇ ਸਾਡੇ ਮੁੱਖ ਮੰਤਰੀ ਸਾਹਿਬ ਥੋੜ੍ਹੇ ਦਿਨ ਬਾਅਦ ਗਏ, ਆ ਜਿਹੜੀ ਥੋੜ੍ਹੇ ਦਿਨ ਪਹਿਲਾਂ ਆਦਮਪੁਰ ਦੇ ਵਿੱਚ ਰੈਲੀ ਹੋਈ ਹੈ 15 ਕੁ ਦਿਨ ਪਹਿਲਾਂ, ਇੱਕ ਪਾਸੇ ਕੇਜਰੀਵਾਲ, ਵਿਚਕਾਰ ਭਗਵੰਤ ਮਾਨ ਜੀ ਤੇ ਨਾਲ ਸੁਸ਼ੀਲ ਗੁਪਤਾ। ਕੀ ਸੰਦੇਸ਼ ਦੇ ਕੇ ਆਏ ਹਰਿਆਣੇ ਨੂੰ ਵੀ ਇਹਨੇ ਕਰਨੀ ਹੈ, ਆਹ ਤਾਂ ਤੁਹਾਡੇ ਨਾਲ ਤੁਰੇ ਫਿਰਦਾ। ਜਦੋਂ ਲੀਡਰ ਆਪਣੇ ਆਪ ਨੂੰ ਇਸ ਤਰੀਕੇ ਵੇਚ ਦੇਣਗੇ ਆਪਣੇ ਆਕਾ ਜਿਹੜੇ ਆ ਉਹਨਾਂ ਕੋਲੇ, ਕਿਉਂਕਿ ਅਮਰਿੰਦਰ ਸਿੰਘ ਨੇ ਵੀ ਹੁਣ ਬੀਜੇਪੀ ਨੂੰ ਖੁਸ਼ ਕਰਨਾ, ਪਹਿਲਾਂ ਸਰਕਾਰ ਦੇ ਟਾਈਮ 'ਤੇ ਬੀਜੇਪੀ ਨੂੰ ਖੁਸ਼ ਕਰਨਾ ਹੁੰਦਾ, ਜੋ ਚਾਹੁੰਦੇ ਸੀ ਉਹ ਉਦੋਂ ਵੀ ਜਾ ਕੇ ਲਿਖ ਕੇ ਦੇ ਆਉਂਦੇ ਸੀ। ਇਸ ਕਰਕੇ ਇਹਨਾਂ ਦੀਆਂ ਮਜਬੂਰੀਆਂ ਬਣ ਗਈਆਂ ਕਿ ਆਪਣੀਆਂ ਕਮਜ਼ੋਰੀਆਂ ਦੇ ਉੱਤੇ ਪਰਦੇ ਪਾਉਣ ਵਾਸਤੇ, ਆਪਣੇ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਇਹ ਸੂਬੇ ਦੇ ਜਿਹੜੇ ਸਾਡੇ ਹਿੱਤ ਹੈ ਉਹ ਵੇਚ ਰਹੇ ਆ। ਇਹ ਮੈਂ ਸਮਝਦਾ ਇਸ ਤੋਂ ਵੱਡੀ ਗਦਾਰੀ ਜਿਹੜੀ ਹੈ ਸਟੇਟ ਦੇ ਨਾਲ ਕੀ ਹੋ ਸਕਦੀ। ਚੀਮਾ ਸਾਹਿਬ, ਇੱਕ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ, ਤੁਸੀਂ ਸਾਰੀਆਂ ਚੀਜ਼ਾਂ ਐਵੀਡੈਂਸ ਸਹਿਤ ਪੇਸ਼ ਕੀਤੀਆਂ, ਤੁਸੀਂ ਸਰਕਾਰਾਂ ਦੇ ਐਫੀਡੈਵਿਟ, ਤੁਸੀਂ ਜੱਜਮੈਂਟ ਜੱਜ ਸਾਹਿਬ ਦੀ ਉਹ ਵੀ ਪੇਸ਼ ਕਰਤੀ। 3 ਸਵਾਲ ਨੇ ਮੇਰੇ ਮਨ ਦੇ ਵਿੱਚ, ਮੈਂ ਬਾਰੋ-ਬਾਰੀ ਕਰਨੇ ਆ। ਪਹਿਲਾ ਸਵਾਲ ਇਹ, ਤੁਸੀਂ ਕਿਹਾ ਕਿ ਅਰਵਿੰਦ ਕੇਜਰੀਵਾਲ ਹੋਰਾਂ ਨੇ ਹਰਿਆਣੇ 'ਚ ਚੋਣ ਲੜਨੀ ਹੈ, ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਹਿ ਦਿੱਤਾ। ਇਹਦਾ ਮਤਲਬ ਹੈ ਕਿ ਜੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਉੱਥੇ ਫਾਇਦਾ ਮਿਲਦਾ, ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਕੀ ਹਰਿਆਣੇ ਦਾ ਸਿੱਖ ਜੇ ਉੱਥੇ ਵੱਖਰੀ ਪ੍ਰਬੰਧਕ ਕਮੇਟੀ ਬਣਦੀ ਹੈ ਤਾਂ ਖੁਸ਼ ਹੋ ਕੇ ਦੂਸਰੀ ਪਾਰਟੀ ਨੂੰ ਵੋਟਾਂ ਪਾ ਦੂ? ਇਹਦਾ ਮਤਲਬ ਕਿ SGPC ਦੇ ਪ੍ਰਬੰਧ ਤੋਂ ਖੁਸ਼ ਨਹੀਂ ਸੀ, ਉਹ ਵੱਖਰਾ ਹੋਣਾ ਚਾਹੁੰਦਾ? ਦੇਖੋ, ਗੱਲ ਇਹ ਹੈ, ਇਹਦੇ ਵਿੱਚ ਇੱਕ ਬਹੁਤ ਦਿਲਚਸਪ ਗੱਲ ਹੈ। ਇਹ ਪ੍ਰਚਾਰ ਅਕਸਰ ਇਸੇ ਤਰੀਕੇ ਕੀਤਾ ਜਾਂਦਾ ਹੈ ਕਿ ਸ਼ਾਇਦ ਹਰਿਆਣੇ ਦੇ ਸਿੱਖ ਜਿਹੜੇ ਆ ਕਮੇਟੀ ਨਾਲੋਂ ਵੱਖਰੇ ਹੋਣੇ ਚਾਹੁੰਦੇ। ਸੱਚਾਈ ਇਹ ਨਹੀਂ ਹੈ। ਜਦੋਂ ਇਹ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ, ਹਰਿਆਣਾ ਤਾਂ ਉਸ ਵੇਲੇ ਪੰਜਾਬ ਦਾ ਹਿੱਸਾ ਸੀ। ਜਿਵੇਂ ਸਾਡੇ ਬਜ਼ੁਰਗਾਂ ਨੇ ਉਸ ਵੇਲੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ, ਇਵੇਂ ਹੀ ਉਹਨਾਂ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਸੀ। ਉਹਨਾਂ ਨਾਲ ਤੇ ਪਹਿਲਾਂ ਧੱਕਾ ਉਦੋਂ ਹੋਇਆ ਜਦੋਂ ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚੋਂ ਬਾਹਰ ਕਰ ਦਿੱਤੇ ਗਏ। ਅਤੇ ਉਹ ਵਿਚਾਰੇ ਉਹਨਾਂ ਪਿੰਡਾਂ 'ਚ ਬੈਠੇ ਹੋਣ ਕਰਕੇ ਪੰਜਾਬ ਤੋਂ ਬਾਹਰ ਹੋ ਗਏ। ਪਹਿਲਾਂ ਆਪਣੇ ਜਿਹੜੀ ਉਹਨਾਂ ਦੀ ਮਾਂ ਬੋਲੀ ਵਾਲੀ ਸਟੇਟ ਸੀ, ਪਹਿਲਾਂ ਇੱਥੋਂ ਉਹਨਾਂ ਨੂੰ ਜਿਹੜਾ ਧੱਕੇ ਦੇ ਨਾਲ ਪੰਜਾਬ ਦੇ ਵਿੱਚੋਂ ਬਾਉਂਡਰੀ ਦੇ ਹਿਸਾਬ ਨਾਲ ਫਿਕਸ ਕਰ ਦਿੱਤੀ ਗਈ ਕਿ ਉਹ ਪੰਜਾਬ ਤੋਂ ਬਾਹਰ ਹੋ ਗਏ। ਪਹਿਲਾਂ ਧੱਕਾ ਉਹਨਾਂ ਨਾਲ ਉਦੋਂ ਹੋਇਆ, ਔਰ ਦੂਜਾ ਮੈਂ ਸਮਝਦਾ ਵੱਡਾ ਧੱਕਾ ਉਹਨਾਂ ਨਾਲ ਹੁਣ ਹੋਇਆ ਕਿ ਉਹ ਜਿਹੜੀ ਇੱਕ ਸਾਡੀ ਹੈਰੀਟੇਜ ਸੰਸਥਾ, ਜਿਹੜੀ ਸ਼੍ਰੋਮਣੀ ਸੰਸਥਾ, ਜਿਹੜੀ ਵੱਡਾ ਪ੍ਰਬੰਧ ਜਿਹਦੇ ਉਹ ਹਿੱਸੇਦਾਰ ਸਨ, ਤਖਤਾਂ ਦੇ ਪ੍ਰਬੰਧ ਦੇ, ਦਰਬਾਰ ਸਾਹਿਬ ਦੇ ਪ੍ਰਬੰਧ ਦੇ, ਬਾਕੀ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੇ, ਉਹਨਾਂ ਨੂੰ ਉਸ ਪ੍ਰਬੰਧ ਦੇ ਵਿੱਚੋਂ ਕੱਢ ਕੇ, ਸਮੁੰਦਰ ਦੇ ਵਿੱਚੋਂ ਕੱਢ ਕੇ ਤੇ ਇੱਕ ਛੋਟੀ ਕਮੇਟੀ 'ਚ ਪਾ ਦਿੱਤਾ ਗਿਆ। ਹੁਣ ਸਵਾਲ ਪੈਦਾ ਹੁੰਦਾ ਕਿ ਇਹ ਜਿਹੜੀ ਹਰਿਆਣੇ ਦੇ ਫੈਸਲੇ ਦੇ ਖਿਲਾਫ ਪਟੀਸ਼ਨ ਕੀਤੀ ਸੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਬਹੁਤੀ ਜਨਤਾ ਨੂੰ ਪਤਾ ਨਹੀਂ, ਇਹ ਹਰਿਆਣੇ ਦਾ ਚੁਣਿਆ ਹੋਇਆ ਸਾਡਾ ਮੈਂਬਰ ਹਰਭਜਨ ਸਿੰਘ ਮਸਾਣਾ, ਕੁਰੂਕਸ਼ੇਤਰ ਤੋਂ ਮੈਂਬਰ ਹੈ, SGPC ਦੇ ਮੈਂਬਰ ਹੈ, ਔਰ ਬਾਕੀ ਸਾਰੇ SGPC ਦੇ ਮੈਂਬਰ ਉਹਦੇ ਨਾਲ ਖੜੇ ਆ। ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਨੇ, ਬਹੁਤ ਵੱਡੀ ਗਿਣਤੀ ਉਹ ਵੀ ਇਹਦੇ ਨਾਲ ਖੜੇ ਆ। ਜਿਹੜੇ ਜਿੱਤਦੇ ਆ, ਸੰਗਤ ਦੇ ਪ੍ਰਵਾਨਿਤ ਲੋਕ ਆ, ਉਹ SGPC ਨਾਲ ਖੜੇ ਆ। ਜਿਹੜੇ ਕਦੀ ਜਿੱਤ ਨਹੀਂ ਸਕੇ, ਉਹ ਦੂਜੀਆਂ ਪਾਰਟੀਆਂ ਨਾਲ ਰਲ ਕੇ ਆਪਣੀ ਚੌਧਰ ਬਣਾਉਣ ਵਾਸਤੇ ਇਹਨਾਂ ਨੂੰ ਸ਼ੁਰੂ ਤੋਂ ਕਹਿੰਦੇ ਰਹੇ ਕਿ SGPC 'ਤੇ ਸਾਨੂੰ ਜਿਹੜੀ ਹੈ ਜਿੱਤ ਨਹੀਂ ਹੋਣੀ, ਇਹਨੂੰ ਤੋੜੋ, ਆਪਣੀ ਕਮੇਟੀ ਬਣਾਓ, ਅਸੀਂ ਨਾਲ ਖੜੇ ਹਾਂ, ਸਾਨੂੰ ਚੌਧਰ ਦਿਓ। ਇਸ ਵੇਲੇ ਉੱਥੇ ਕਿਹੜਾ ਇਲੈਕਟਡ ਲੀਡਰ ਹੈ ਜੀ? ਦਾਦੂ ਵਾਲਾ ਇਲੈਕਟਡ ਲੀਡਰ। ਤੁਸੀਂ ਦੇਖੋ, ਆਪਣੀ ਮਨਮਰਜ਼ੀ ਦੇ ਬੰਦੇ ਫੈਸਲਾ ਕਰ ਰਹੀ ਸੁਪਰੀਮ ਕੋਰਟ, ਅਤੇ ਦਾਦੂਵਾਲ ਸਾਹਿਬ ਜਾ ਕੇ ਚਰਨਾਂ 'ਚ ਧੰਨਵਾਦ ਕਿਹਦਾ ਕਰ ਰਿਹਾ? ਹਰਿਆਣੇ ਦੇ ਮੁੱਖ ਮੰਤਰੀ ਖੱਟੜ ਸਾਹਿਬ ਦਾ। ਫੈਸਲਾ ਕਰ ਰਹੀ ਸੁਪਰੀਮ ਕੋਰਟ, ਅਤੇ ਮਨਜਿੰਦਰ ਸਿੰਘ ਸਰਸਾ ਹੋਰੀ ਨੈਸ਼ਨਲ ਚੈਨਲ ਦੇ ਉੱਤੇ ਆ ਕੇ ਛਾਤੀ ਚੌੜੀ ਕਰਕੇ ਧੰਨਵਾਦ ਕਿਹਦਾ ਕਰਦੇ ਆ? ਅਮਿਤ ਸ਼ਾਹ ਜੀ ਦਾ ਅਤੇ ਨਰਿੰਦਰ ਮੋਦੀ ਜੀ ਦਾ। ਅਤੇ ਹੁਣ ਦੱਸੋ ਅਸੀਂ ਪਿੱਟੀਏ ਇਹਨਾਂ ਦਾ ਕੀ ਕਰੀਏ? ਜੀ, ਮੈਂ ਫਿਰ ਚੀਮਾ ਸਾਹਿਬ ਇੱਕ ਵਾਰੀ ਫਿਰ ਦੁਬਾਰਾ ਪੁੱਛਾਂ। ਮੈਨੂੰ ਇਹ ਲੱਗਦਾ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਮਤਾ ਪਾਸ ਕੀਤਾ, SGPC ਨੇ ਕਿਹਾ ਕਿ ਭਾਈ ਇਹ ਤਾਂ ਬਹੁਤ ਵੱਡੀ ਜਾਣੀ ਗਲਤੀ ਹੋ ਗਈ, ਆਪਰੇਸ਼ਨ ਬਲੂ ਸਟਾਰ ਤੋਂ ਵੀ ਵੱਡਾ ਦੱਸਿਆ ਧਾਮੀ ਸਾਹਿਬ ਨੇ ਕਿ ਇਹ ਉਹਦੇ ਤੋਂ ਵੀ ਵੱਡਾ ਘਾਟਾ, ਧੱਕਾ। ਮੈਂ ਪਿਛਲੇ 4 ਦਿਨਾਂ ਤੋਂ ਹਰਿਆਣੇ ਦੇ ਨਾਲ ਸੰਬੰਧਿਤ ਸਾਰੇ ਅਖਬਾਰਾਂ ਦੇ ਐਡੀਸ਼ਨ, ਉੱਥੋਂ ਦੇ ਵੀਡੀਓਜ਼ ਦੇਖੀਆਂ।
ਹਰਿਆਣੇ ਦੀ ਆਮ ਸੰਗਤ ਇੱਕ ਜਗ੍ਹਾ ਦੇ ਉੱਤੇ ਵੀ 5 ਸਿਰ ਵੀ ਇਕੱਠੇ ਹੋ ਕੇ ਇਹ ਨਹੀਂ ਕਿਹਾ ਜੀ ਸਾਡੇ ਤੋਂ ਐਸਜੀਪੀਸੀ ਨਾਲ ਵੱਖ ਕਰਕੇ ਸਾਡੇ ਨਾਲ ਤਾਂ ਧੱਕਾ ਹੋ ਗਿਆ ਜੀ, ਅਸੀਂ ਰਹਿਣਾ ਹੀ ਐਸਜੀਪੀਸੀ ਨਾਲ ਚਾਹੁੰਦੇ ਹਾਂ। ਆਮ ਸੰਗਤ ਇਸ ਮੁੱਦੇ ਤੇ ਕਿਉਂ ਨਹੀਂ ਉੱਠ ਰਹੀ? ਦੇਖੋ, ਅੱਜ ਜਿਹੜੀ ਪ੍ਰੈਸ ਕਾਨਫਰੰਸ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੇ ਚੰਡੀਗੜ੍ਹ 'ਚ ਕੀਤੀ ਹੈ, ਹਰਿਆਣੇ ਦੇ ਜਿਹੜੇ ਚੁਣੇ ਹੋਏ ਮੈਂਬਰ ਆ ਉਹਦੇ ਵਿੱਚ ਸ਼ਾਮਲ। ਜਦੋਂ ਮੈਂਬਰ ਸ਼ਾਮਲ ਹੁੰਦਾ, ਮੈਂ ਐਗਜ਼ੈਕਟਲੀ ਨਹੀਂ ਕਹਾਂ ਕਿ ਹੁਣੇ 10-15 ਮਿੰਟ ਪਹਿਲਾਂ ਹੀ ਹੋਈ ਹੈ, ਮੈਂ ਉਹਨਾਂ ਨੇ ਆਪ ਕਹਿੰਦਾ ਸੁਣਿਆ ਕਿ ਆਹ ਦੇਖੋ ਕਿ ਹਰਿਆਣੇ ਦੇ ਮੈਂਬਰ ਜਿਹੜੇ ਆ ਬਹੁਤ ਗਿਣਤੀ ਹੈਗੀ ਉੱਥੇ ਬੈਠੇ ਆ। ਕਿਉਂਕਿ ਜਿਹੜੇ ਨੁਮਾਇੰਦੇ ਹੁੰਦੇ ਆ ਨਾ, ਨੁਮਾਇੰਦੇ ਦੀ ਗਿਣਤੀ ਇਹ ਨਹੀਂ ਹੁੰਦੀ ਕਿ ਇੱਕ ਬੈਠਾ, ਉਹਦੇ ਪਿੱਛੇ ਕਿੰਨੇ ਹਜ਼ਾਰ ਬੈਠੇ। ਸਾਰੇ ਹਰਿਆਣੇ ਦਾ ਜਿੰਨਾ ਹਿੱਸਾ ਐਸਜੀਪੀਸੀ ਕੋਲ ਆ, ਉੱਥੋਂ 11 ਹੀ ਮੈਂਬਰ ਬਣਦੇ। ਇਸ ਕਰਕੇ ਜਿਹੜੇ ਨੁਮਾਇੰਦੇ ਹੁੰਦੇ, ਜਦੋਂ ਨੁਮਾਇੰਦੇ ਬੈਠੇ ਹੁੰਦੇ, ਉਹ ਕੌਮ ਦੀ ਆਪਣੇ ਜਿਹੜੇ ਲੋਕਾਂ ਦੀ ਜਿਹੜੀ ਆ ਨੁਮਾਇੰਦਗੀ ਕਰ ਰਹੇ ਹੁੰਦੇ। ਇਸ ਲਈ ਉੱਧਰ ਤਾਂ ਜਿਹੜੀ ਕਮੇਟੀ ਆ ਉਹ ਤਾਂ ਸਾਰੇ ਉਹ ਆ, ਪਹਿਲਾਂ ਹੁੱਡਾ ਸਾਹਿਬ ਨੇ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਸੀ, ਉਹਨਾਂ ਨੇ ਇਹ ਚਾਲ ਚੱਲੀ ਸੀ ਇਲੈਕਸ਼ਨ ਤੋਂ ਕੁਝ ਦਿਨ ਪਹਿਲਾਂ ਐਕਟ ਬਣਾਇਆ ਸੀ। ਇੱਕ ਉਹਨਾਂ ਨੇ ਆਪਣੀ ਮਰਜ਼ੀ ਦੇ ਕੁਝ ਬੰਦੇ ਥੋਪੇ ਸੀ। ਉਦੋਂ ਬਾਅਦ ਖੱਟੜ ਸਾਹਿਬ ਆਏ ਅਤੇ ਉਹਨਾਂ ਨੇ ਰਾਜਨੀਤੀ ਕਰਦਿਆਂ ਉਹਦੇ 'ਚ ਕੁਝ ਹੋਰ ਪਾਤੇ। ਜਿਹੜੇ ਅਸਲੀ ਬੰਦੇ ਲੋਕਾਂ ਦੇ ਨੁਮਾਇੰਦੇ ਉਹ ਖੜ੍ਹੇ ਆ ਐਸਜੀਪੀਸੀ ਨਾਲ, ਅੱਜ ਵੀ ਖੜ੍ਹੇ ਆ। ਔਰ ਤੁਸੀਂ ਦੇਖੋਗੇ ਹਾਲੇ ਤੱਕ, ਕਿਉਂਕਿ 2 ਦਿਨ ਹੋਏ ਆ, ਇਹ ਹਾਲੇ ਤਾਂ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਬਣਿਆ ਕੀ ਹੈ। ਹਾਲੇ ਤਾਂ ਅਸਲੀਅਤ ਇਹ ਹੈ ਕਿ ਚੰਗੇ ਪੜ੍ਹੇ ਲਿਖੇ ਬੰਦੇ ਵੀ ਬਹੁਤ ਹਾਲੇ ਉਹਨਾਂ ਨੂੰ ਜਾਣ ਨਹੀਂ ਪਾ ਰਹੇ ਕਿ ਇਹ ਸਾਰਾ ਕੁਝ ਅਚਾਨਕ ਹੋ ਕਿਸ ਤਰ੍ਹਾਂ ਗਿਆ, ਕਿਉਂਕਿ ਕਿਸੇ ਨੇ ਕਦੀ ਸੁਪਨਾ ਹੀ ਨਹੀਂ ਲਿਆ ਕਿ ਇਹੋ ਜਿਹੀ ਮਹਾਨ ਸੰਸਥਾ, ਇੱਕ ਹੈਰੀਟੇਜ ਕਹਿ ਸਕਦੇ ਹਾਂ, 104 ਸਾਲ ਹੋ ਗਏ, ਇੱਕ ਇਹੋ ਜਿਹੀ ਮੂਵਮੈਂਟ ਜਿਹਨੇ ਦੇਸ਼ ਦੀ ਆਜ਼ਾਦੀ 'ਚ ਐਡਾ ਵੱਡਾ ਰੋਲ ਪਲੇ ਕੀਤਾ ਹੋਵੇ। ਅੱਜ ਚੰਡੀਗੜ੍ਹ 'ਚ ਸਾਡੇ 50 ਸਾਲ ਪਹਿਲਾਂ ਬਣੀ ਬਿਲਡਿੰਗ ਨੂੰ ਹੈਰੀਟੇਜ ਡਿਕਲੇਅਰ ਕਰ ਦਿੰਦੇ ਆ, ਤੁਸੀਂ ਉਹਦਾ ਗੇਟ ਨਹੀਂ ਚੇਂਜ ਕਰ ਸਕਦੇ। ਉਹ ਕਹਿੰਦੇ ਜੀ ਨਾ, ਇਹ ਹੈਰੀਟੇਜ ਬਿਲਡਿੰਗ ਹੈ। ਵਿਧਾਨ ਸਭਾ ਦੇ ਵਿੱਚ ਤੁਸੀਂ ਉਹਦਾ ਰੰਗ ਨਹੀਂ ਬਦਲ ਸਕਦੇ, ਵੀ ਕਹਿੰਦੇ ਹੈਰੀਟੇਜ ਸੰਸਥਾ। ਅਤੇ ਜਿਸ ਹੈਰੀਟੇਜ ਨੇ ਦੇਸ਼ ਦੀ ਆਜ਼ਾਦੀ ਦੀ ਮੂਵਮੈਂਟ ਵਾਸਤੇ ਇਹੋ ਜਿਹਾ ਰੋਲ ਪਲੇ ਕੀਤਾ, ਉਹਨੂੰ ਤੁਸੀਂ ਕਹਿੰਦੇ ਹੋ ਵੀ ਇੱਕ ਸੂਬੇ ਦਾ ਜਿਹੜਾ ਆਪਣਾ ਸਦਨ ਹੈ ਸੂਬੇ ਦਾ, ਉਹ ਹੀ ਜਦੋਂ ਮਰਜ਼ੀ ਤੋੜ ਦੇਵੇ। ਜੀ ਚੀਮਾ ਸਾਹਿਬ, ਮੈਨੂੰ ਇੱਕ ਚੀਜ਼ ਹੋਰ ਦੱਸਿਓ। ਤੁਸੀਂ ਕਿਹਾ ਕਿ ਪੰਜਾਬ ਸਰਕਾਰ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਤਿੰਨੇ ਇਸ ਕੇਸ ਦੇ ਵਿੱਚ ਭਾਈਵਾਲ ਸੀ, ਉਹ ਧਿਰਾਂ ਸੀ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੇਸ 'ਚ ਧਿਰ ਨਹੀਂ ਸੀ? ਜੇ ਤੁਸੀਂ ਬਾਕੀ ਸਾਰਿਆਂ ਦੇ ਐਫੀਡੇਵਿਟ ਦਿਖਾਇਆ, ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਸਾਹਿਬ ਉਹ ਐਕਟ ਜਿਹੜਾ ਹੈ 1957 ਵਾਲਾ ਸਾਰੀਆਂ ਚੀਜ਼ਾਂ ਉੱਥੇ ਰੱਖ ਨਹੀਂ ਸਕੇ? ਕਹਾਣੀ ਕਿੱਥੇ ਗਈ ਜੀ? ਨਹੀਂ, ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਮੇਨ ਪਟੀਸ਼ਨਰ ਬਣਨ ਵਾਸਤੇ ਵੀ ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ। ਉਹਨਾਂ ਦੀ ਤਾਂ ਜਿੱਡੀ ਵੱਡੀ ਲੜਾਈ ਹੈ। ਆਹ ਦੇਖੋ, ਮੇਰੇ ਖਿਆਲ 100 ਤੋਂ ਵੱਧ ਕਾਨੂੰਨ ਜਿਹੜਾ ਦਿਵੇਦੀ ਸਾਹਿਬ ਬਹੁਤ ਵੱਡੇ ਵਕੀਲ ਹੈ, ਜਿਹੜੇ ਨੇ ਇਹ 100 ਤੋਂ ਮੇਰੇ ਖਿਆਲ ਕਿੰਨੇ ਵੱਧ ਉਹਨਾਂ ਨੇ ਜਿਹੜੀਆਂ ਸਬਮਿਸ਼ਨ ਦਿੱਤੀਆਂ ਨੇ, ਇਹ ਆਪਣੇ ਉਹਨਾਂ ਨੇ ਕਾਨੂੰਨ ਦਿੱਤੇ ਆ ਵੀ ਕਿਸੇ ਵੀ ਹਾਲਤ ਦੇ ਵਿੱਚ ਜਿਸ ਬਾਡੀ ਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਕੀਤਾ ਗਿਆ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੇ ਵਿੱਚ, ਉਸ ਤੋਂ ਪਹਿਲਾਂ ਇੰਟਰ ਸਟੇਟ ਕਾਰਪੋਰੇਸ਼ਨ ਐਕਟ ਦੇ ਵਿੱਚ 1957 ਦੇ ਵਿੱਚ, ਉਸ ਤੋਂ ਪਹਿਲਾਂ ਸਟੇਟ ਰੀਆਰਗਨਾਈਜੇਸ਼ਨ ਜਿਹੜਾ ਐਕਟ ਹੈ 1956 ਦਾ, ਉਹਦੇ ਵਿੱਚ, ਕਿ ਇਹਨੂੰ ਕਿਸੇ ਵੀ ਹਾਲਤ ਦੇ ਵਿੱਚ ਕਿਸੇ ਵੀ ਸੂਬੇ ਦੀ ਅਸੈਂਬਲੀ ਦਾ ਅਧਿਕਾਰ ਨਹੀਂ ਹੈ ਤੋੜਨ ਦਾ। ਸਿਰਫ ਪਾਰਲੀਮੈਂਟ ਜਿਹੜੀ ਆ ਉਹ ਕੋਈ ਤਬਦੀਲੀ ਕਰ ਸਕਦੀ। ਲੇਕਿਨ ਹੁਣ ਸੁਣਨਾ ਤਾਂ ਅਦਾਲਤ ਨੇ ਨਾ। ਨਹੀਂ ਚੀਮਾ ਸਾਹਿਬ, ਇਹਦਾ ਮਤਲਬ ਕਿ ਅਦਾਲਤ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਮੰਨਦੇ ਹੋ, ਕਾਨੂੰਨ ਤੋਂ ਪਰੇ ਮੰਨਦੇ ਹੋ, ਜਾਂ ਕਾਨੂੰਨ ਦੇ ਮੁਤਾਬਕ ਹੀ ਫੈਸਲਾ ਹੋਇਆ? ਦੇਖੋ, ਗੱਲ ਇਹ ਹੈ ਕਿ ਜਿਸ ਤਰ੍ਹਾਂ ਦੇ ਫੈਸਲੇ ਹੁੰਦੇ ਪਏ ਆ ਦੇਸ਼ ਦੇ ਵਿੱਚ, ਇਹ ਕੋਈ ਚੰਗਾ ਸੰਕੇਤ ਜਿਹੜਾ ਜਿਸ ਤਰੀਕੇ ਦੇ ਫੈਸਲੇ ਆ ਰਹੇ ਆ, ਕੋਈ ਕਹਿ ਨਹੀਂ ਸਕਦੇ ਤੁਸੀਂ ਕਿ ਇਨਸਾਫ ਹੋਇਆ। ਕਿਉਂਕਿ ਇੱਕ ਦੇਸ਼ ਦੇ ਵਿੱਚ 2 ਕਾਨੂੰਨ ਨਹੀਂ ਹੋ ਸਕਦੇ। ਵੀ ਮਾਈਨੋਰਟੀ ਵਾਸਤੇ ਤੁਹਾਡੇ ਕਾਨੂੰਨ ਵੱਖਰੇ ਆ ਔਰ ਮੈਜੋਰਟੀ ਵਾਸਤੇ ਕਾਨੂੰਨ ਵੱਖਰੇ ਆ। ਤੁਸੀਂ, ਮੈਂ ਕਹਿੰਦਾ ਕਿ ਕਿਤੇ ਵੀ ਕੋਈ ਜਸਟੀਫਿਕੇਸ਼ਨ ਦਿਖਾ ਦਿਓ ਕਿ ਇਹ ਇਸੇ ਜੱਜਮੈਂਟ ਦੇ ਵਿੱਚ ਕਿਹਾ ਜਾ ਰਿਹਾ ਕਿ ਕੇਂਦਰ ਸਰਕਾਰ ਮੋਡੀਫਿਕੇਸ਼ਨ ਨਹੀਂ ਕਰ ਸਕਦੀ, ਜਿਹੜੀ ਹੈ ਜਿਹੜਾ 72 ਦਾ ਉਹਨੂੰ ਅਧਿਕਾਰ ਦਿੱਤਾ ਗਿਆ, ਉਹਦੇ ਵਿੱਚ ਕੇਂਦਰ ਸਰਕਾਰ ਮੋਡੀਫਿਕੇਸ਼ਨ ਨਹੀਂ ਕਰ ਸਕਦੀ। ਪਰ ਮੈਂ ਇਹਨਾਂ ਨੂੰ ਜਿਹੜਾ, ਮੈਂ ਕਿਉਂਕਿ ਵਕੀਲ ਤਾਂ ਹੈ ਨਹੀਂ ਜੀ, ਮੇਰਾ ਤਾਂ ਜਿਹੜਾ ਤੁੱਕੇ ਵਾਲਾ ਕੰਮ ਹੀ ਹੈ, ਪਰ ਮੋਟੀ ਜੀ ਝਟਕਾ ਜੀ ਗੱਲ ਮੈਂ ਪੁੱਛਦਾ ਵੀ ਆਹ ਪੰਜਾਬ ਯੂਨੀਵਰਸਿਟੀ ਵੀ ਉਸੇ ਕਾਨੂੰਨ ਤਹਿਤ ਹੀ ਇੰਟਰਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਹੋਈ ਹੈ, ਉਸੇ ਤਹਿਤ ਹੀ ਹੋਈ ਹੈ ਨਾ। ਅਤੇ ਇਹ ਕਹਿੰਦੇ ਮੋਡੀਫਿਕੇਸ਼ਨ ਨਹੀਂ ਕਰ ਸਕਦੇ, ਅਤੇ ਆਹ ਮੋਡੀਫਿਕੇਸ਼ਨ ਹੈ। ਇਹ ਜਜਮੈਂਟ ਏਰੀਆ ਵੀ ਇਹ ਜਜਮੈਂਟ ਨਹੀਂ, ਇਹ ਤਾਂ ਜਿਹੜੇ ਪੰਜਾਬ ਯੂਨੀਵਰਸਿਟੀ ਦਾ ਐਕਟ ਹੈ। ਠੀਕ ਹੈ ਜੀ। ਪੰਜਾਬ ਯੂਨੀਵਰਸਿਟੀ ਦਾ ਐਕਟ ਹੈ। ਇਹ ਕਹਿੰਦੇ ਨਾ ਕਿ ਡਾਇਰੈਕਸ਼ਨ ਜਿਹੜੀ ਹੈ 78 ਦੀ ਧਾਰਾ ਦੇ ਥੱਲੇ ਡਾਇਰੈਕਸ਼ਨ ਕਹਿੰਦੇ ਹੈ ਕਿ ਨਹੀਂ ਦਿੱਤੀ ਜਾ ਸਕਦੀ, ਤੁਸੀਂ ਮੋਡੀਫਾਈ ਨਹੀਂ ਕਰ ਸਕਦੇ ਐਕਟ। ਵੀ ਡਾਇਰੈਕਸ਼ਨ ਦੇ ਸਕਦੇ ਹੋ ਇਕੱਲੀ, ਮੋਡੀਫਾਈ ਨਹੀਂ ਕਰ ਸਕਦੇ, ਅਤੇ ਇਹ ਵੀ ਕੁਝ ਸਮੇਂ ਵਾਸਤੇ ਕਰ ਸਕਦੇ ਹੋ। ਪਰ ਇੱਥੇ ਤਾਂ ਮੋਡੀਫਿਕੇਸ਼ਨਾਂ ਹੋਈਆਂ। ਇਹ ਗਵਰਨਮੈਂਟ ਆਫ ਇੰਡੀਆ, ਮਿਨਿਸਟਰੀ ਆਫ ਹੋਮ ਅਫੇਅਰਸ, ਇਹ ਜਿੱਦਣ ਪੰਜਾਬ ਜਿਹੜਾ ਹੈਗਾ ਉਹਦਾ ਵੰਡ ਹੋਈ ਸੀ, ਉਸੇ ਦਿਨ ਹੀ 1 ਨਵੰਬਰ 1966 ਨੂੰ ਆਹ ਹੋਮ ਮਿਨਿਸਟਰੀ ਦਾ ਨੋਟੀਫਿਕੇਸ਼ਨ ਨੇ ਮੋਡੀਫਿਕੇਸ਼ਨ ਕਰ ਦਿੱਤੀ
ਕੀ ਮੋਡੀਫਿਕੇਸ਼ਨ ਕੀਤੀ ਹੈ ਵੀ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਐਕਟ ਦੇ ਵਿੱਚ ਵਰਡ ਸਟੇਟ ਗਵਰਨਮੈਂਟ ਲਿਖਿਆ ਉੱਥੇ ਇਹਨੇ ਕਹਿੰਦੇ ਫਾਰ ਗਵਰਨਮੈਂਟ ਆਫ ਪੰਜਾਬ ਸਬਸਟੀਚਿਊਟ ਸੈਂਟਰ ਗਵਰਨਮੈਂਟ। ਇਹਦਾ ਰਾਤੋਂ ਰਾਤੀ ਹੋ ਗਿਆ। ਹੁਣ ਮੈਂ ਤਾਂ ਦੇਸੀ ਜਿਹਾ ਬੰਦਾ, ਮੈਨੂੰ ਤਾਂ ਹੁਣ ਪਤਾ ਨਹੀਂ ਵੀ ਕੀ ਇਹਦਾ ਵੀ ਤੁਸੀਂ ਜੱਜਮੈਂਟ 'ਚ ਤਾਂ ਕਹਿੰਦੇ ਪਏ ਹੋ ਵੀ ਮੋਡੀਫਿਕੇਸ਼ਨ ਕਰ ਨਹੀਂ ਸਕਦੇ, ਅਤੇ ਪੰਜਾਬ ਯੂਨੀਵਰਸਿਟੀ ਵਾਲੇ ਤਾਂ ਫਿਰ ਉਹ ਤਾਂ ਉੱਧਰ ਨਹੀਂ ਹੋ ਗਈ, ਤਾਂ ਮਿੰਟ ਵੀ ਨਹੀਂ ਲੱਗਿਆ। ਚੀਮਾ ਸਾਹਿਬ ਮੈਨੂੰ ਇੱਕ ਚੀਜ਼ ਹੋਰ ਸਮਝਾਉਣ ਦੀ ਕੋਸ਼ਿਸ਼ ਕਰਿਓ। ਸ਼੍ਰੋਮਣੀ ਅਕਾਲੀ ਦਲ ਬਹੁਤ ਅਗਰੈਸਿਵ ਹੋਇਆ ਇਸ ਮਸਲੇ 'ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵੱਖਰੀ ਕਮੇਟੀ ਬਣ ਗਈ। ਕੀ ਅਸਰ ਪੈਣ ਦੀ ਸੰਭਾਵਨਾ ਸਿੱਖ ਕੌਮ ਦੇ ਉੱਤੇ, ਕਿਉਂਕਿ ਸਿੱਖ ਤਾਂ ਹੁਣ ਕੈਨੇਡਾ ਦੇ ਵਿੱਚ ਵੀ ਨੇ, ਅਮਰੀਕਾ 'ਚ ਵੀ ਨੇ, UK 'ਚ ਵੀ ਨੇ, ਵੀ ਜਾਣੀ ਸਿੱਟੇ ਕੀ ਨਿਕਲ ਸਕਦੇ ਜੇ ਆਪਾਂ ਦੂਰ ਦੀ ਗੱਲ ਸੋਚੀਏ? ਸਰ ਜਦੋਂ ਕਿਤੇ ਵੀ ਸਾਡੇ ਸਿੱਖ ਭਰਾ ਨੂੰ ਅਮਰੀਕਾ 'ਚ ਕੈਨੇਡਾ 'ਚ ਕੋਈ ਦਿੱਕਤ ਆਉਂਦੀ ਹੈ ਧਰਮ ਦੇ ਮਾਮਲੇ 'ਚ, ਤੇ ਉਹ ਕਿਹਦੇ ਵੱਲ ਦੇਖਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ। ਚਾਹੇ ਕੋਈ ਸਾਡਾ ਸਟੂਡੈਂਟ ਹੋਵੇ, ਚਾਹੇ ਕੋਈ ਸਿੱਖ ਯਾਤਰੀ ਹੋਵੇ, ਚਾਹੇ ਸਾਡਾ ਉੱਥੇ ਰਹਿਣ ਵਾਲਾ ਵੀਰ ਹੋਵੇ, ਕਿਉਂਕਿ ਦੁਨੀਆ ਦੇ ਵਿੱਚ ਇੱਕ ਪਹਿਚਾਣ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣੀ ਹੈ। ਅੱਜ ਇਹ ਰਹਿਤ ਮਰਿਆਦਾ ਸਾਰੀ ਦੁਨੀਆ ਦੇ ਵਿੱਚ ਇੱਕ ਹੋਈ ਹੈ, ਅਤੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਿਹਨਤ ਹੈ। ਇੱਕ ਸੈਂਟਰਲ ਬਾਡੀ ਦੁਨੀਆ ਦੇ ਵਿੱਚ ਕਿਸੇ ਧਰਮ ਦੀ ਇਸ ਲੈਵਲ ਦੀ ਜਿਹੜੀ ਹੈ ਡੈਮੋਕ੍ਰੈਟਿਕ ਸੰਸਥਾ ਕਿਸੇ ਵੀ ਧਰਮ ਕੋਲੇ ਨਹੀਂ ਹੈ। ਇਹ ਸਾਨੂੰ ਮਾਣ ਹੈ। ਇਸੇ ਕਰਕੇ ਮੈਂ ਕਹਿੰਦਾ ਨਾ ਕਿ ਇਹ ਹੈਰੀਟੇਜ ਹੀ ਤੁਸੀਂ ਸਾਡੀ ਖਤਮ ਕਰ ਦਿੱਤੀ। ਅਸੀਂ ਇੱਕ ਮਿਸਾਲ ਕਾਇਮ ਕੀਤੀ ਹੈ। ਤੁਸੀਂ ਅੱਜ ਕੈਨੇਡਾ 'ਚ ਬੈਠੇ ਆ, ਉੱਥੇ ਬੜੇ ਮਾਣ ਨਾਲ ਕਹਿ ਸਕਦੇ ਹੋ ਕਿ ਤੁਸੀਂ ਤਾਂ ਆਪਣੀ ਡੈਮੋਕ੍ਰੈਟਿਕ ਕੰਟਰੋਲ ਵੋਟ ਦਾ ਅਧਿਕਾਰ ਐਸਾ 'ਚ ਦਿੱਤਾ ਵੀ ਸਾਡੇ ਬਜ਼ੁਰਗ ਜਿਹੜੇ ਸੀਗੇ ਉਹਨਾਂ ਨੇ, ਤੇ ਤੁਹਾਡੇ ਹਾਲੇ ਦੇਸ਼ ਆਜ਼ਾਦ ਨਹੀਂ ਸੀ ਹੋਇਆ, ਅਤੇ ਸਾਨੂੰ 27 ਸਾਲ ਪਹਿਲਾਂ ਆਜ਼ਾਦੀ ਲੈ ਕੇ ਤੇ ਆਪਣੇ ਗੁਰਦੁਆਰੇ ਪ੍ਰਬੰਧ ਵਿੱਚ ਆਪਣੇ ਪ੍ਰਬੰਧਕ ਚੁਣਨ ਦਾ ਅਧਿਕਾਰ ਦੇ ਦਿੱਤਾ ਸੀ। ਇਹ ਸਾਡੇ ਹਰ ਸਿੱਖ ਨੂੰ ਅੱਜ ਉੱਥੇ ਬੈਠੇ ਨੂੰ ਮਾਣ। ਅਤੇ ਜਿਸ ਸੰਸਥਾ ਨੂੰ ਇਹਨੇ ਸ਼ਹੀਦੀਆਂ ਦੇ ਕੇ ਅਸੀਂ ਬਣਾਇਆ ਸੀ, ਅਤੇ ਤੁਸੀਂ ਉਹਨੂੰ ਤੋੜੀ ਜਾਂਦੇ ਹੋ। ਸਾਡੇ ਦੇਸ਼ ਦੇ ਵਿੱਚ ਤਾਂ ਇੱਥੇ ਹੁਣ ਪ੍ਰਚਾਰ ਹੁੰਦਾ ਹੈ ਕਿ ਏਕ ਰਾਸ਼ਟਰ ਕੀ ਬਾਤ ਕੀ ਜਾਏ, ਵਨ ਨੇਸ਼ਨ ਵਨ ਲੈਂਗੁਏਜ, ਠੀਕ ਹੈ, ਵਨ ਨੇਸ਼ਨ ਵਨ ਮਾਰਕੀਟ, ਵਨ ਨੇਸ਼ਨ ਵਨ ਰਾਸ਼ਨ ਕਾਰਡ, ਸਾਰਾ ਕੁਛ ਵੀ ਇਹਦੇ ਨਾਲ ਦੇਸ਼ ਮਜ਼ਬੂਤ ਹੁੰਦਾ। ਅਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਜਿੰਨੀ ਬਣੀ ਹੈ ਉਹਨੂੰ ਤੋੜ ਦਿਓ ਅਤੇ ਤਾਂ ਮਜ਼ਬੂਤ ਹੁੰਦੇ। ਤੁਸੀਂ ਦੋ ਗੱਲਾਂ ਤਾਂ ਨਾ ਕਰੋ ਜੀ। ਚੀਮਾ ਸਾਹਿਬ, ਸੰਸਥਾਵਾਂ ਨੂੰ ਆਪਣੀਆਂ ਨੂੰ ਤੁਸੀਂ ਕਹੋਗੇ ਤਗੜੀਆਂ ਕਰੋ ਵੀ ਸਾਰਾ ਕੁਝ ਇੱਕ ਹੋਵੇ, ਅਤੇ ਜਿਹੜੀ ਸਾਡੀ ਬਣੀ ਹੋਈ ਇੱਕ ਜਿਹੜੀ ਹੈ ਵਿਰਾਸਤੀ ਸੰਸਥਾ ਉਹਨੂੰ ਤੁਸੀਂ ਜਿਹੜੀ ਹੈਗੀ ਹੈ। ਔਰ ਦੂਜੀ ਗੱਲ ਹੈ ਕਿ ਉਹ ਸੰਗਤ ਨਹੀਂ ਚਾਹੁੰਦੀ ਉੱਥੇ ਦੀ ਉਹ ਬਦਲਣ, ਅਤੇ ਇਹਦਾ ਨੁਕਸਾਨ ਕਿਸੇ ਨੂੰ ਕੀ ਹੈ? ਇਹ ਸੰਸਥਾ ਦਾ, ਇਹ ਸੰਸਥਾ ਭਲੇ ਦੇ ਕੰਮ ਹੀ ਕਰਦੀ ਪਈ ਨਾ, ਧਰਮ ਦਾ ਪ੍ਰਚਾਰ ਕਰਦੀ ਪਈ ਹੈ, ਐਜੂਕੇਸ਼ਨ ਦਾ ਪ੍ਰਚਾਰ ਕਰਦੀ ਪਈ ਹੈ, ਹੈਲਥ ਦਾ ਪ੍ਰਚਾਰ ਕਰਦੀ ਪਈ। ਔਰ ਇਕੱਲਾ ਇਹ ਨਹੀਂ ਕਿ ਜਿੱਥੋਂ ਤੱਕ ਇਹਦਾ ਖੇਤਰ ਹੈ ਉੱਥੇ ਤੱਕ ਕਰਦੀ ਹੈ, ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਲੋੜ ਪੈਂਦੀ ਹੈ ਸ਼੍ਰੋਮਣੀ ਕਮੇਟੀ ਜਾ ਕੇ ਉੱਥੇ ਵੜਦੀ ਹੈ। ਦੇਸ਼ ਦੇ ਵਿੱਚ ਕਿਤੇ ਮੁਸੀਬਤ ਪੈਂਦੀ ਹੈ, ਭਾਵੇਂ ਕਿਸੇ ਇਲਾਕੇ 'ਚ ਪਵੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਦੀ ਹੈ। ਇਸ ਕਰਕੇ ਇਹ ਸੰਸਥਾ ਦਾ ਇੱਕ 102 ਸਾਲ ਦਾ ਇਤਿਹਾਸ ਹੈ। ਕੋਈ ਨਵੀਂ ਸੰਸਥਾ ਬਣੇਗੀ ਉਹਨੂੰ 102 ਸਾਲ ਬਾਅਦ ਜਾ ਕੇ ਇਹ ਸੰਸਥਾ ਦੇ ਬਰਾਬਰ ਖੜੇਗੀ, ਉਦੋਂ ਇਹ ਜਿਹੜੀ ਹੈ ਇਹਦੀ ਉਮਰ ਉਸ ਤੋਂ ਡਬਲ ਹੋ ਚੁੱਕੀ ਹੈਗੀ। ਜੀ ਚੀਮਾ ਸਾਹਿਬ, ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ, ਕੇਂਦਰ ਸਰਕਾਰ ਦਾ ਸਟੈਂਡ ਕੀ ਰਿਹਾ ਇਸ ਕੇਸ 'ਚ? ਕੇਂਦਰ ਸਰਕਾਰ ਦਾ ਇੱਕ ਗੱਲੋਂ ਸਟੈਂਡ ਠੀਕ ਰਿਹਾ ਕਿ ਉਹਨਾਂ ਨੇ ਕਿਹਾ ਕਿ ਸਿਰਫ ਪਾਰਲੀਮੈਂਟ ਨੂੰ ਹੀ ਪਾਵਰ ਹੈ ਕਿ ਇਹਨੂੰ ਕੁਝ ਤਬਦੀਲੀ ਕਰਨ ਵਾਸਤੇ, ਇਹਦਾ ਅਧਿਕਾਰ, ਇਸ ਗੱਲ ਤੱਕ ਤਾਂ ਉਹ ਕਾਇਮ ਰਹੇ। ਉਹਨਾਂ ਦੀ ਸਬਮਿਸ਼ਨ ਜਿਹੜੀ ਹੈਗੀ ਹੈ, ਇਹ ਲਿਖਿਆ ਵੀ ਹੋਇਆ, ਮੈਂ ਤੁਹਾਨੂੰ ਇੱਥੇ ਪੜ੍ਹ ਦੇਣਾ ਜਿੱਥੇ ਮੈਂ ਉਹਨਾਂ ਦਾ ਪੜ੍ਹਿਆ ਸੀ। ਇੱਥੇ ਲਿਖਿਆ ਰਿਟ ਪਟੀਸ਼ਨਰ ਸਰਦਾਰ ਭਜਨ ਸਿੰਘ ਮਸਾਣਾ, SGPC ਐਂਡ ਦੀ ਯੂਨੀਅਨ ਹੈਵ ਟੇਕਨ 1 ਨਾਈਟ। ਠੀਕ ਹੈ, ਦੇਖੋ ਜਿੱਤੀ ਗੱਲ ਜਿਹੜੀ, ਲੇਕਿਨ ਜਿਸ ਲੈਵਲ 'ਤੇ ਉਹਨਾਂ ਨੂੰ ਲੜਾਈ ਫਿਰ ਲੜਨੀ ਚਾਹੀਦੀ ਸੀ ਕੋਰਟ ਦੇ ਵਿੱਚ, ਉੱਥੇ ਕਿਤੇ ਨਾ ਕਿਤੇ ਢਿੱਲ ਤਾਂ ਰਹੀ ਹੈ। ਨਹੀਂ ਤਾਂ ਕੇਂਦਰ ਦਾ ਪਾਰਲੀਮੈਂਟ ਦਾ ਕਾਨੂੰਨ ਹੋਵੇ, ਉਹਦੀ ਕੰਟਰੋਲ ਵਾਲੀ ਬਾਡੀ ਤੋੜੀ ਜਾ ਰਹੀ ਹੋਵੇ, ਅਤੇ ਜੇ ਸਰਕਾਰ ਕਰਨਾ ਚਾਹਵੇ ਤਾਂ 1 ਮਿੰਟ 'ਚ ਆਰਡੀਨੈਂਸ ਕਰਕੇ, ਅਮੈਂਡਮੈਂਟ ਕਰਕੇ ਕਈ ਕੁਛ ਕਰ ਸਕਦੀ ਜੀ। ਜੇ ਇਹ SGPC ਜਾਂ ਮੈਜੋਰਟੀ ਦੀ ਸੰਸਥਾ ਦੀ ਬਜਾਏ ਕਿਸੇ ਹੋਰ ਨਾਲ ਹੋਇਆ ਹੁੰਦਾ ਅਤੇ ਰਾਤੋਂ ਰਾਤ ਪਾਰਲੀਮੈਂਟ ਬੈਠ ਕੇ ਅਤੇ ਉੱਥੇ ਕਾਨੂੰਨ ਬਣਾ ਦੇ ਕਿ ਇੱਦਾਂ ਨਹੀਂ ਹੋ ਸਕਦਾ ਜੀ। ਇੱਕ ਚੀਮਾ ਸਾਹਿਬ ਮੈਨੂੰ ਹੋਰ ਦੱਸਿਓ, ਕਿਉਂਕਿ ਅੱਜ ਚਲੋ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਦੇ ਵਿੱਚ ਭਾਈਵਾਲ ਨਹੀਂ, ਥੋੜ੍ਹੇ ਮਹੀਨੇ ਜਾਂ 1.5-2 ਸਾਲ ਪਹਿਲਾਂ ਤੱਕ ਕੇਂਦਰ ਸਰਕਾਰ ਦੇ ਵਿੱਚ ਭਾਈਵਾਲੀ ਵੀ ਸੀ। ਬੀਬੀ ਹਰਸਿਮਰਤ ਕੌਰ ਬਾਦਲ ਜੀ ਉੱਥੇ ਮਿਨਿਸਟਰ ਵੀ ਸਨ। ਐਨ ਉਸੇ ਵੇਲੇ ਖੱਟਰ ਸਾਹਿਬ ਦੀ ਹਰਿਆਣੇ ਦੇ ਵਿੱਚ ਸਰਕਾਰ ਵੀ ਸੀ, ਤੁਹਾਡੀ ਭਾਈਵਾਲ ਪਾਰਟੀ ਦੀ। ਕੀ ਉਦੋਂ ਕੋਸ਼ਿਸ਼ ਕਰਕੇ ਖੱਟਰ ਸਾਹਿਬ ਦੀ ਸਰਕਾਰ ਤੋਂ ਕੋਈ ਐਫੀਡੈਵਿਟ ਅਦਾਲਤ ਦੇ ਵਿੱਚ ਉਹਨਾਂ ਦੇ ਵਕੀਲਾਂ ਨੇ ਵੀ ਲੜਾਈ ਲੜੀ ਹੈ ਨਾ, ਸ਼੍ਰੋਮਣੀ ਅਕਾਲੀ ਦਲ ਕਰਵਾ ਨਹੀਂ ਸੀ ਸਕਦਾ ਜਦੋਂ ਆਪਾਂ ਭਾਈਵਾਲਾਂ? ਕੀ ਉਦੋਂ ਥੋੜ੍ਹੀ ਢਿੱਲ ਨਹੀਂ ਰਹਿ ਗਈ? ਨਹੀਂ, ਦੇਖੋ ਗੱਲ ਇਹ ਹੈ ਕਿ ਹਰ ਪਾਰਟੀ ਅਤੇ ਹਰ ਸੂਬੇ ਦੀ ਆਪਣੀ ਯੂਨਿਟ ਆਪਣੇ ਹਿੱਤ ਦੀ। ਉੱਥੇ ਇਲੈਕਸ਼ਨ ਇਸ਼ੂ ਬਣਿਆ ਹੋਇਆ, ਕਿਉਂਕਿ SVL ਦੇ ਵਿੱਚ ਅਸੀਂ ਫਾਈਟ ਕਰਦੇ ਹਾਂ, ਨਾਲ SVL ਜੁੜ ਜਾਂਦਾ,
ਹਰਿਆਣੇ ਦੀਆਂ ਪਾਰਟੀਆਂ ਦੀ ਮਜਬੂਰੀ ਹੋ ਜਾਂਦੀ ਕਿ ਉਹ ਆਪਣੇ ਉੱਥੇ ਦੇ ਨਾਲ ਸਟੈਂਡ ਲੈਣ। ਇਸ ਕਰਕੇ ਉਹਨਾਂ ਦਾ ਉੱਥੇ ਕਿਉਂਕਿ ਕਾਂਗਰਸ ਨੇ ਬਣਾ ਕੇ ਛੇੜ ਦਿੱਤੀ, ਉਸ ਤੋਂ ਬਾਅਦ ਖੱਟੜ ਸਾਹਿਬ ਨੂੰ ਵੀ ਉਸੇ ਬੇੜੀ 'ਚ ਸਵਾਰ ਹੋਣਾ ਪਿਆ, ਕਿਉਂਕਿ ਜੇ ਉਹ ਕਰਦੇ ਆ ਤੇ ਉਹਨਾਂ ਦੇ ਕੁਦਰਤੀ ਗੱਲ ਹੈ ਕਿ ਉਹਨਾਂ ਦੇ ਭੰਡੀ ਪ੍ਰਚਾਰ ਦੂਜੀਆਂ ਪਾਰਟੀਆਂ ਕਰਦੀਆਂ। ਆਮ ਆਦਮੀ ਪਾਰਟੀ ਆ ਗਈ ਤੇ ਉਸ ਤੋਂ ਵੀ ਅੱਗੇ ਨਿਕਲ ਗਈ, ਇਹ ਵੀ SYL ਦੀ ਵੀ ਗਰੰਟੀਆਂ ਦੇਣ ਲੱਗ ਗਈ ਤੇ ਇਹ ਸਾਰਾ ਕੁਝ ਗਰੰਟੀਆਂ ਦੇਣ ਲੱਗ ਗਏ। ਲੇਕਿਨ ਅਫਸੋਸ ਇਸ ਗੱਲ ਦਾ ਕਿ ਉਹ ਤਾਂ ਸਾਰੇ ਇਕੱਠੇ ਸੀ, ਭਾਵੇਂ ਉੱਥੇ ਦੀ ਆਮ ਆਦਮੀ ਪਾਰਟੀ ਹੈ, ਭਾਵੇਂ ਉੱਥੇ ਦੀ BJP ਹੈ, ਭਾਵੇਂ ਉੱਥੇ ਦੀ ਕਾਂਗਰਸ ਹੈ, ਉਹ ਤਾਂ ਸਾਰੇ ਇਕੱਠੇ ਸੀ। ਤੇ ਸਾਡੇ ਅਮਰਿੰਦਰ ਸਿੰਘ ਜੀ ਵੀ ਉਹਨਾਂ ਨਾਲ ਸੀਗੇ ਤੇ ਭਗਵੰਤ ਮਾਨ ਵੀ ਉਹਨਾਂ ਨਾਲ ਚੱਲ ਗਿਆ। ਅਸੀਂ ਕਿੱਥੇ ਜਾਈਏ? ਕੁਝ ਸਾਡਿਆਂ ਨੂੰ ਵੀ ਤਾਂ ਸੋਚਣਾ ਚਾਹੀਦਾ, ਸੰਗ ਹੋਣੀ ਚਾਹੀਦੀ ਕਿ ਨਹੀਂ? ਵੀ ਉਹ ਤਾਂ ਆਪਣੇ ਜਿਹੜੇ ਆ ਗਲਤ ਸਟੈਂਡ ਲੈ ਕੇ ਤੇ ਉਹਦੇ ਨਾਲ ਵੀ ਖੜੇ ਆ, ਗਲਤ ਫੈਸਲਾ ਕਰਕੇ ਉਹਦੇ ਨਾਲ ਵੀ ਖੜੇ ਹੋਇਆ। ਹਾਲੇ ਕੋਲ ਸਾਰਿਆਂ ਨੂੰ ਪਤਾ ਸੀ ਵੀ ਅਸੀਂ ਜਿਹੜਾ ਕਾਨੂੰਨ ਬਣਾਇਆ ਇਹ ਠੀਕ ਨਹੀਂ ਹੈ, ਕਿਉਂਕਿ ਇਹਦੇ ਨਾਲ ਪੰਜਾਬ ਪੁਨਰਗਠਨ ਐਕਟ ਤਾਂ ਖਤਮ ਹੀ ਹੋ ਗਿਆ। ਹੁਣ ਇਹਦਾ ਮਤਲਬ ਤਾਂ ਇਹ ਹੈ ਕਿ ਸਾਨੂੰ ਛੋਟ ਮਿਲ ਗਈ। ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਜੇ ਉੱਥੇ ਤੁਸੀਂ ਲਿਖ ਕੇ ਦੇ ਕੇ ਆਏ ਹੋ ਰਿਟਨ ਕਿ ਸੂਬੇ ਦੀ ਸਰਕਾਰ ਹੋਣ ਦੇ ਨਾਤੇ ਹਰਿਆਣੇ ਨੂੰ ਹੱਕ ਹੈ, ਤੇ ਤੁਹਾਨੂੰ ਕਿਉਂ ਨਹੀਂ ਹੱਕ ਫਿਰ? ਹੁਣ ਜੇ ਹਾਈ ਕੋਰਟ ਕਹਿੰਦੀ ਹੈ, ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਪੁਨਰਗਠਨ ਐਕਟ ਤਾਂ ਹੁਣ ਪੁਰਾਣਾ ਹੋ ਗਿਆ, ਇਹ ਡਾਇਰੈਕਸ਼ਨਾਂ ਹੁਣ ਇੰਨੀ ਦੇਰ ਨਹੀਂ ਚੱਲ ਸਕਦੀਆਂ, ਤੇ ਤੁਸੀਂ ਵੀ ਚੰਡੀਗੜ੍ਹ ਦਾ ਕਬਜ਼ਾ ਲਵੋ, ਕਾਨੂੰਨ ਬਣਾਓ, ਵਿਧਾਨ ਸਭਾ ਖਾਲੀ ਕਰਾਓ, ਕਾਨੂੰਨ ਬਣਾਓ ਆਪਣਾ ਤੇ ਸੈਕਟਰੀਏਟ ਖਾਲੀ ਕਰਾਓ, ਕਾਨੂੰਨ ਬਣਾਓ ਆਪਣਾ ਡੈਮਾਂ ਦਾ ਕੰਟਰੋਲ ਲਓ, ਕਾਨੂੰਨ ਬਣਾਓ ਆਪਣੀ ਪੰਜਾਬ ਯੂਨੀਵਰਸਿਟੀ ਲਓ। ਜਿੰਨਾ ਹੱਥਾਂ ਨਾਲ ਲਿਖ ਕੇ ਦੇ ਕੇ ਆਏ ਹੋ ਵੀ ਉੱਥੇ ਹੱਕ ਹੈ, ਪਰ ਇੱਥੇ ਤੁਹਾਡਾ ਹੱਕ ਨਹੀਂ ਬਣਦਾ। ਫਿਰ ਅਸੀਂ ਕਿਉਂ ਪੁਨਰਗਠਨ ਐਕਟ ਨੂੰ ਮੰਨੀਏ? ਅਸੀਂ ਤਾਂ ਬੱਝੇ ਰਹੀਏ ਵੀ ਧਾਰਾ 72 ਦੇ ਵਿੱਚ ਇਹ ਇੰਟਰਸਟੇਟ ਬਾਡੀਜ਼ ਡਿਕਲੇਅਰ ਹੋਈਆਂ ਹੋਈਆਂ, ਤੇ ਉਹ ਜਿਹੜੇ ਆ ਆਪਣੀ ਤੋੜ ਕੇ ਆਪਣੀ ਬਣਾ ਲੈਣ, ਤੇ ਸਾਡੇ ਜਿਹੜੇ ਲਿਖ ਕੇ ਵੀ ਦੇਣ ਵੀ ਤੁਸੀਂ ਠੀਕ ਕਰ ਰਹੇ ਹੋ, ਤੇ ਤੁਸੀਂ ਆਪਣੇ ਫਿਰ ਕਿਉਂ ਨਹੀਂ ਕਰਦੇ? ਚੀਮਾ ਸਾਹਿਬ ਇੱਕ ਗੱਲ ਮੈਨੂੰ ਦੱਸਿਓ, ਜਦੋਂ ਮੈਨੂੰ ਯਾਦ ਆਉਂਦਾ ਕਿ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ, ਸ਼੍ਰੋਮਣੀ ਅਕਾਲੀ ਦਲ ਦੇ ਲੀਡਰ। ਕਾਲਕਾ ਸਾਹਿਬ ਚਲੋ ਅੱਜ ਵੱਖਰੇ ਹੋ ਗਏ, ਤੁਹਾਡੀ ਪਾਰਟੀ ਨੇ ਹੀ ਉਹਨਾਂ ਨੂੰ ਇਲੈਕਸ਼ਨ ਲੜਵਾਈ, ਉਹਨਾਂ ਨੂੰ ਪ੍ਰਧਾਨ ਬਣਾਇਆ। ਵੈਸੇ ਹੀ ਇੱਕ ਸਵਾਲ ਹੈ ਮਨ ਦੇ ਵਿੱਚ ਕਿ ਜੇ ਦਿੱਲੀ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਸਕਦੀ ਹੈ, ਤੁਹਾਡੀ ਧਿਰ ਉੱਥੇ ਵੀ ਜਾਂਦੀ ਸੀ, ਉੱਥੇ ਜਾ ਕੇ ਜਿੱਤਦੇ ਵੀ ਰਹੇ ਹੋ, ਫਿਰ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਦਿੱਕਤ ਕੀ ਹੈ? ਵੈਸੇ ਹੀ ਸਵਾਲ ਹੈ, ਬਹੁਤ ਇੰਪੋਰਟੈਂਟ ਸਵਾਲ ਹੈ, ਬਹੁਤ ਵਧੀਆ, ਮੈਂ ਤੁਹਾਡਾ ਧੰਨਵਾਦ ਕਰਦਾ। ਪਹਿਲੀ ਗੱਲ ਹੈ, ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਿਆ ਸੀ ਨਾ, ਇਹ ਉਸ ਵੇਲੇ ਸਾਰਾ ਵੱਡਾ ਜਿਹੜਾ ਪੰਜਾਬ ਸੀ, ਜਿਹਦੇ 'ਚ ਪਾਕਿਸਤਾਨ ਦਾ ਵੀ ਚੜ੍ਹਦਾ ਪੰਜਾਬ ਵੀ ਲਹਿੰਦਾ ਪੰਜਾਬ ਵੀ, ਇਹ ਦੋਨੇ ਪੰਜਾਬਾਂ ਦੀ ਜਿਹੜੀ ਉਸ ਵੇਲੇ ਦੇ ਲੋਕਾਂ ਦੀ ਸੰਗਤ ਦੀ ਸਟਰਗਲ ਹੈ। ਉਸ ਵੇਲੇ ਕਿਉਂਕਿ ਮੈਂ ਕਿਹਾ ਨਾ ਪ੍ਰੋਵਿੰਸ਼ੀਅਲ ਐਕਟ ਸੀਗਾ, ਉਹ ਅਸੈਂਬਲੀ ਇੰਨਾ ਹੀ ਕਾਨੂੰਨ ਬਣਾ ਸਕਦੀ ਸੀ ਜਿੱਥੋਂ ਤੱਕ ਪੰਜਾਬ ਦਾ ਹੱਕ ਸੀ। ਅੰਗਰੇਜ਼ਾਂ ਕੋਲੋਂ ਉਹਨਾਂ ਨੇ ਉੱਥੇ ਤੱਕ ਕਾਨੂੰਨ ਬਣਾ ਲਿਆ, ਡੈਮੋਕ੍ਰੈਟਿਕ ਕੰਟਰੋਲ ਸਥਾਪਿਤ ਕਰ ਲਿਆ। ਹੁਣ ਦੇਸ਼ ਆਜ਼ਾਦ ਹੋ ਗਿਆ। ਇਹ ਜਿਹੜੀ ਦਿੱਲੀ ਹੈ ਇਹ ਉਦੋਂ ਪੰਜਾਬ ਦਾ ਹਿੱਸਾ ਨਹੀਂ ਸੀ, ਇਹ ਗੱਲ ਤੁਹਾਨੂੰ ਸਮਝਣੀ ਚਾਹੀਦੀ ਹੈ। ਹੁਣ ਸਾਡੇ ਬਜ਼ੁਰਗਾਂ ਦੀ ਹਿੰਮਤ ਦੇਖੋ ਵੀ ਇਹਨਾਂ ਨੇ ਕਿਹਾ ਵੀ ਆਹ ਤਾਂ ਆਪਾਂ ਚੰਗਾ ਕਰ ਲਿਆ ਕਿ ਆਹ ਪ੍ਰਬੰਧ ਆਪਣਾ ਠੀਕ ਹੈ ਕਿ ਸੰਗਤ ਦਾ ਪੈਸਾ ਠੀਕ ਤਰੀਕੇ ਲੱਗਦਾ, ਅਤੇ ਦਿੱਲੀ 'ਚ ਐਡੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਵੱਡੇ ਸਥਾਨ ਨੇ, ਹੋਰ ਸਥਾਨ ਨੇ, ਅਤੇ ਉੱਥੇ ਵੀ ਆਪਾਂ ਇਹ ਮਹੰਤਸ਼ਾਹੀ ਖਤਮ ਕਰੀਏ। ਉਹਨਾਂ ਨੇ ਉੱਥੇ ਜਾ ਕੇ ਮੈਂਬਰ ਨਹੀਂ ਸੀ ਬਣਨਾ, ਉਹਨਾਂ ਨੇ ਉੱਥੇ ਜਾ ਕੇ ਪ੍ਰਧਾਨ ਨਹੀਂ ਸੀ ਬਣਨਾ, ਪਰ ਉਹਨਾਂ ਦਾ ਜਜ਼ਬਾ ਦੇਖੋ ਕਿ ਪੰਜਾਬ ਤੋਂ ਜਥੇ ਜਾਂਦੇ ਰਹੇ, ਸ਼੍ਰੋਮਣੀ ਅਕਾਲੀ ਦਲ ਨੇ ਮੋਰਚਾ ਲਾਤਾ, ਦਿੱਲੀ ਜਾ ਕੇ ਜੇਲ੍ਹਾਂ ਕੱਟੀਆਂ, ਅਤੇ ਉੱਥੇ ਜਾ ਕੇ 1971 ਦੇ ਵਿੱਚ ਜਾ ਕੇ ਐਕਟ ਬਣਵਾ ਕੇ ਆਏ। ਕਿੰਨੀ ਵੱਡੀ ਗੱਲ ਹੈ। ਕਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉੱਥੇ ਜੇਲ੍ਹਾਂ ਕੱਟ ਕੇ ਆਏ ਆ, ਟੋੜਾ ਸਾਹਿਬ ਕੱਟ ਕੇ ਆਏ ਆ, ਤਲਵੰਡੀ ਸਾਹਿਬ ਕੱਟ ਕੇ ਆਏ, ਬਰਨਾਲਾ ਸਾਹਿਬ ਕੱਟ ਕੇ ਗਏ, ਇਹਨਾਂ 'ਚੋਂ ਜਾ ਕੇ ਉੱਥੇ ਕੋਈ ਪ੍ਰਧਾਨਤਾ ਨਹੀਂ ਬਣ ਸਕਦਾ। ਪਰ ਜਜ਼ਬਾ ਦੇਖੋ ਕਿ ਉਹ ਸੋਚ ਜਿਹੜੀ ਬਜ਼ੁਰਗਾਂ ਵਾਲੀ ਸੀ ਸਾਡੀ ਪਾਰਟੀ ਦੀ, ਉਹ ਕਾਇਮ ਰਹੀ ਕਿ ਜਿੱਥੇ ਜਿੱਥੇ ਵੀ ਕਮੇਟੀ ਹੋਰ ਵੀ ਬਣ ਸਕਦੀ ਬਣਾਓ। ਮੈਂ ਹਰਿਆਣਾ ਵਾਲਿਆਂ ਨੂੰ ਵੀ ਕਹਿੰਦਾ ਵੀ ਤੁਸੀਂ ਇਹਨੂੰ ਨਾ ਤੋੜੋ, ਹਾਲੇ ਹੋਰ ਸਟੇਟ 'ਚ ਕਿੰਨੇ ਗੁਰਦੁਆਰੇ ਨੇ, ਉਹਨਾਂ ਦੀ ਤੁਸੀਂ ਕਮੇਟੀ ਬਣਾਉਣੀ ਬਣਾਓ, ਤੁਹਾਡਾ ਅਧਿਕਾਰ ਹੈ, ਸੋਹਣੀ ਕਮੇਟੀ ਬਣਾਓ। ਅਸੀਂ ਕਦੋਂ ਕਿੰਨੇ ਨਾ ਬਣਾਓ। ਹਜ਼ੂਰ ਸਾਹਿਬ ਦੀ ਕਮੇਟੀ ਬਣੀ ਹੋਈ ਹੈ, ਇਹਦੀ ਪਟਨਾ ਸਾਹਿਬ ਦੀ ਕਮੇਟੀ ਬਣੀ ਹੋਈ ਹੈ, ਉੱਥੇ ਸਾਡੇ ਨੁਮਾਇੰਦੇ ਵੀ ਜਾਂਦੇ। ਇੱਕ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਝਣ ਦੀ ਲੋੜ ਹੈ ਕਿ ਇਹਦਾ ਜਿਹੜਾ ਕਰੈਕਟਰ ਹੈ, ਭਾਵੇਂ ਉਦੋਂ ਇੱਕ ਸਟੇਟ ਦੀ ਪੁਰਾਣੇ ਪੰਜਾਬ ਦੀ ਇਹ ਜਿਹੜੀ ਜਥੇਬੰਦੀ ਬਣੀ ਸੀ, ਪਰ ਇਹਦਾ ਜਿਹੜਾ ਉਸ ਵੇਲੇ ਵੀ ਕਰੈਕਟਰ ਜਿਹੜਾ ਸੀਗਾ ਉਹ ਨੈਸ਼ਨਲ ਰੱਖਿਆ ਗਿਆ। 15 ਵਿੱਚ ਮੈਂਬਰ ਜਿਹੜੇ ਆ ਉਹ ਬਿਨਾਂ ਇਲੈਕਸ਼ਨ ਤੋਂ ਦੂਜੇ ਸੂਬਿਆਂ ਤੋਂ ਕਾਪਟ ਹੋ ਕੇ ਆਉਂਦੇ ਆ। ਇਹ ਸੋਚ ਦੇਖੋ ਕਿੰਨੀ ਵੱਡੀ ਸੀ ਵੀ ਜੇ ਦੂਜਾ ਭਰਾ ਕੋਈ ਦੂਰ ਬੈਠਾ ਹੈ ਅਤੇ ਉਹ ਵੀ ਅਕਾਲ ਤਖਤ ਉਹਦੇ ਵਾਸਤੇ ਵੀ ਇਹੀ ਹੈ, ਦਰਬਾਰ ਸਾਹਿਬ ਉਹਦੇ ਵਾਸਤੇ ਵੀ ਇਹੀ ਹੈ, ਅਤੇ ਜੇ ਉਹ ਪ੍ਰਬੰਧ ਦੇ ਵਿੱਚ ਆ ਕੇ ਕੋਈ ਸਲਾਹ ਦੇਵੇ ਆਪਣੀ ਅਤੇ ਮਰਿਆਦਾ ਦੇ ਵਿੱਚ ਕੋਈ ਆ ਕੇ ਹਿੱਸੇਦਾਰ ਬਣਨਾ ਚਾਹਵੇ ਅਤੇ ਉਹਨੂੰ ਵੀ ਵਿੱਚ ਲਓ, ਉਹਨੂੰ ਵੀ ਝੋਲੀ 'ਚ ਲਓ। ਅਤੇ 15 ਬੰਦੇ ਬਿਨਾਂ ਇਲੈਕਸ਼ਨ 'ਚ ਸਾਰੇ ਦੇਸ਼ 'ਚ ਆਉਂਦੇ ਆ, ਸਾਰੇ ਤਖਤਾਂ ਦੇ ਜਥੇਦਾਰੀ ਦੇ ਮੈਂਬਰ ਹੁੰਦੇ ਆ, ਭਾਵੇਂ ਹਜ਼ੂਰ ਸਾਹਿਬ ਦੇ ਆ, ਭਾਵੇਂ ਪਟਨਾ ਸਾਹਿਬ ਦੇ ਆ, ਭਾਵੇਂ ਸਾਡੇ ਇੱਥੇ ਦੇ ਜਿਹੜੇ 3 ਤਖਤ ਆ, 5 ਤਖਤਾਂ ਦੇ ਜਥੇਦਾਰੀ ਦੇ ਵਿੱਚ ਹੁੰਦੇ ਆ। ਤੁਸੀਂ ਇਹਨੂੰ ਕਿਵੇਂ ਇੱਕ ਇਲਾਕੇ ਨਾਲ ਜੋੜ ਲਓਗੇ?
ਇਹਦੀ ਪ੍ਰਵਾਨਿਤ ਹੀ ਇਸੇ ਕਰਕੇ ਆ ਸਾਰੀ ਦੁਨੀਆ ਦੇ ਵਿੱਚ ਕਿ ਉਹਨਾਂ ਨੇ ਸੋਚ ਬੜੀ ਵੱਡੀ ਰੱਖੀ। ਮਜਬੂਰੀ ਸੀ ਕਿ ਐਕਟ ਉਦੋਂ ਤੁਹਾਡੀ ਸੂਬੇ ਦੀ ਸਰਕਾਰ ਨੇ ਬਣਾਉਣਾ ਸੀ, ਉਹ ਆਪਣੇ ਸੂਬੇ ਦੇ ਵਿੱਚ ਹੀ ਬਣਾ ਸਕਦੀ ਸੀ। ਅੰਗਰੇਜ਼ਾਂ ਦਾ ਰਾਜ ਸੀ ਉਦੋਂ, ਜਿਹੜਾ ਪੁਰਾਣੇ ਪੰਜਾਬ ਦੇ ਵਿੱਚ ਚੜ੍ਹਦੇ ਲੈਂਦੇ ਪੰਜਾਬ 'ਚ ਬਣਾ ਲਈ। ਵੰਡ ਵੇਲੇ ਉੱਧਰ ਰਹਿ ਗਿਆ, ਜਿਹੜਾ ਬਾਕੀ ਸੀ ਉਹ ਫਿਰ ਕਾਇਮ ਰੱਖਿਆ। ਜਿਹੜੇ ਹਿੱਸੇ ਰਹਿ ਗਏ ਉੱਥੇ ਫਿਰ ਮੋਰਚਾ ਲਾਇਆ, ਕਿਉਂਕਿ ਦਿੱਲੀ ਵੱਡੇ ਸਥਾਨ ਸੀ, ਉੱਥੇ ਫਿਰ ਕਮੇਟੀ ਬਣਾ ਕੇ ਆਏ। ਅਤੇ ਅਸੀਂ ਤਾਂ ਹਾਲੇ ਵੀ ਤਿਆਰ ਆ, ਜੇ ਕਿਤੇ ਹੋਰ ਲੱਗਦਾ ਤਾਂ ਚਲੋ ਬਣਾਓ ਤੇ ਕਮੇਟੀ। ਅਸੀਂ ਕੀ ਕਹਿੰਦੇ, ਅਸੀਂ ਤਾਂ ਸਿਰਫ ਸੰਗਤ ਨੂੰ ਉੱਥੇ ਜਾ ਕੇ ਵੀ ਜਾਗਰਿਤ ਕੀਤਾ ਕਿ ਇਹ ਵੀ ਸਥਾਨ ਬਹੁਤ ਵੱਡੇ ਨੇ। ਅੱਜ ਦੇਖੋ ਉੱਥੇ ਵੀ ਕਮੇਟੀ ਬਣੀ ਹੈ, ਉੱਥੇ ਵੀ ਕਾਲਜ ਬਣੇ ਨੇ, ਉੱਥੇ ਵੀ ਸਕੂਲ ਬਣੇ ਨੇ, ਉੱਥੇ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ ਵਿਸਤਾਰ ਹੋਇਆ, ਉੱਥੇ ਵੀ ਚੰਗੇ ਪ੍ਰਬੰਧ ਹੋਏ ਨੇ। ਚੀਮਾ ਸਾਹਿਬ, ਉੱਥੇ ਵੀ ਕੋਈ ਪ੍ਰਬੰਧਕ ਗੁੜ ਘਰ ਲੈ ਕੇ ਜਾਣ ਵਾਲਾ ਹੁੰਦਾ ਤੇ ਅੱਜ ਦਿੱਲੀ ਦੇ ਸਥਾਨ ਇੰਨੇ ਸੋਹਣੇ ਨਾ ਬਣਦੇ। ਇਸ ਕਰਕੇ ਮੈਂ ਸਮਝਦਾ ਕਿਤੇ ਪ੍ਰਬੰਧਕਾਂ 'ਚ ਕਮੀ ਹੋ ਸਕਦੀ ਹੈ, ਕਿਤੇ ਹੋਰ ਕਿਸੇ 'ਚ ਕਮੀ ਹੋ ਸਕਦੀ ਹੈ, ਪਰ ਇਹ ਤਾਂ ਐਕਟ ਨੇ, ਕਾਨੂੰਨ ਨੇ, ਇਹਦੇ ਮੁਤਾਬਕ ਪ੍ਰਬੰਧ ਰਹੇਗਾ। ਬੰਦੇ ਆਉਂਦੇ ਜਾਂਦੇ ਰਹਿਣਗੇ, ਬੰਦੇ ਦੁਨੀਆ ਤੋਂ ਵੀ ਜਾਂਦੇ ਰਹਿਣਗੇ, ਲੇਕਿਨ ਪ੍ਰਬੰਧ ਜਦੋਂ ਇੱਕ ਚੰਗਾ ਬਣ ਜਾਂਦਾ, ਸਿਸਟਮ ਚੰਗਾ ਬਣ ਜਾਂਦਾ, ਤੇ ਉਹਨੂੰ ਚੰਗੇ ਬੰਦੇ ਸੁਧਾਰ ਲੈਣਗੇ। ਮੈਂ ਪੁੱਛਣਾ ਸੀ, ਦਾਦੂਵਾਲ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ, ਕਿਉਂਕਿ ਜਦੋਂ ਧਾਮੀ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਰਿਵਿਊ ਪਟੀਸ਼ਨ ਪਾਵਾਂਗੇ, ਅਸੀਂ ਅਦਾਲਤ ਦੇ ਵਿੱਚ ਜਾਵਾਂਗੇ, ਫੈਸਲੇ ਨੂੰ ਚੁਣੌਤੀ ਦੇਵਾਂਗੇ, ਸ਼੍ਰੋਮਣੀ ਅਕਾਲੀ ਦਲ ਧਾਮੀ ਸਾਹਿਬ ਦੇ ਨਾਲ ਮੋਢਾ ਜੋੜ ਕੇ ਖੜਿਆ ਕਿ ਇਸ ਵਿਸ਼ੇ ਦੇ ਉੱਤੇ ਕਿ ਭਾਈ ਅਸੀਂ ਤੁਹਾਡੇ ਸਟੈਂਡ ਦੇ ਹੱਕ 'ਚ। ਦਾਦੂਵਾਲ ਸਾਹਿਬ ਕਹਿੰਦੇ ਜੀ ਤੁਹਾਨੂੰ ਹੱਕ ਹੀ ਨਹੀਂ ਪਟੀਸ਼ਨ ਪਾਉਣ ਦਾ, ਤੁਸੀਂ ਤਾਂ 5 ਸਾਲ ਲਈ ਚੁਣੇ ਸੀ, ਤੁਹਾਨੂੰ 11 ਸਾਲ ਹੋ ਗਏ। ਇਸ ਮੁੱਦੇ ਦੇ ਉੱਤੇ ਜਵਾਬ ਕੀ ਹੈ? ਦੇਖੋ, ਇਹ ਵੀ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜਿਹੜੀ ਪੀੜਤ ਧਿਰ ਹੁੰਦੀ ਹੈ ਉਹਨੂੰ ਹੀ ਮਿਹਣਾ ਮਾਰੀ ਜਾਂਦੀ ਕਿ ਇਲੈਕਸ਼ਨ ਨਹੀਂ ਕਰਾਉਂਦੇ। ਹੁਣ ਇਲੈਕਸ਼ਨ ਕਰਾਉਣੀ ਹੈ ਦੇਸ਼ ਦੀ ਸਰਕਾਰ ਨੇ, ਗ੍ਰਹਿ ਮੰਤਰੀ ਨੇ। ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੀ ਨਿਯੁਕਤੀ ਕਰਨੀ ਹੈ ਕੇਂਦਰ ਦੀ ਸਰਕਾਰ ਨੇ। ਅਸੀਂ 2011 ਦੇ ਵਿੱਚ ਬਹੁਤ ਵੱਡੀ ਮੈਜੋਰਟੀ ਦੇ ਨਾਲ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਤ ਲਈ। ਉੱਥੇ ਇਜਲਾਸ ਸੱਦ ਲਿਆ, ਪ੍ਰਧਾਨ ਦੀ ਚੋਣ ਹੋਣ ਲੱਗੀ ਤੇ ਜਿਹੜੀ ਹੈ ਕੋਰਟ ਨੇ ਸਟੇ ਕਰ ਦਿੱਤਾ। ਹੁਣ ਕੋਰਟ ਵਿੱਚ ਕੋਈ ਜਾ ਕੇ ਬੰਦਾ ਸਟੇ ਲਾਇਆ, 5 ਸਾਲ ਸਾਡੇ ਚੁਣੇ ਹੋਏ ਮੈਂਬਰ ਵਿਚਾਰੇ ਇਸ਼ਨਾਨ ਕਰਕੇ ਉੱਥੇ ਜਾਂਦੇ ਅਤੇ ਜਾਂਦੇ ਕਹਿੰਦੇ ਜੀ ਹਾਲੇ ਸਟੇ ਲੱਗਿਆ ਹੋਇਆ, ਤੁਸੀਂ ਮੈਂਬਰ ਤਾਂ ਜਿੱਤ ਤਾਂ ਗਏ ਪਰ ਹਾਲੇ ਹਾਊਸ 'ਚ ਨਹੀਂ ਬੈਠ ਸਕਦੇ। 2016 'ਚ ਜਾ ਕੇ ਸਟੇ ਵਿਕੇਟ ਹੋਇਆ ਅਤੇ ਹੁਣ 21 ਆ ਗਿਆ, ਹੁਣ ਇਲੈਕਸ਼ਨ ਦਾ ਟਾਈਮ ਆ ਗਿਆ। ਹੁਣ ਦੱਸੋ ਇਹਦੇ 'ਚ ਸਾਡਾ ਕੀ ਕਸੂਰ ਹੈ? ਇਲੈਕਸ਼ਨ ਕਰਾਉਣੀ ਤੇ ਦੇਸ਼ ਦੇ ਕਮਿਸ਼ਨ ਨੇ ਕਰਾਉਣੀ ਹੈ। ਹੁਣ ਸਾਡੇ 'ਤੇ ਇਹ ਦੋਸ਼ ਲਾਉਣਾ ਵੀ ਅਸੀਂ ਕਾਬਜ਼ ਹਾਂ, ਤੁਸੀਂ ਦੱਸੋ ਵੀ ਕੋਈ ਤਰੀਕਾ ਹੀ ਨਹੀਂ। ਉਸ ਤੋਂ ਪਹਿਲੀ ਕਮੇਟੀ ਵੀ ਸਾਡੀ ਸੀ, ਮੱਕੜ ਸਾਹਿਬ ਸੀ, ਉਹਨਾਂ ਦਾ ਟਾਈਮ ਖਤਮ ਹੋ ਗਿਆ ਸੀ, ਨਵੀਂ ਚੋਣ ਹੋ ਗਈ ਸੀ, ਮੈਂਬਰ ਜਾ ਕੇ ਹਾਊਸ 'ਚ ਬੈਠ ਗਏ ਸੀ ਅਤੇ ਸਟੇ ਆ ਗਿਆ। ਅਤੇ ਉਹਨਾਂ ਨੇ 5 ਸਾਲ ਪ੍ਰਧਾਨ ਰਹਿਣਾ ਸੀ, ਉਹ 6 ਸਾਲ ਇਸੇ ਕਰਕੇ ਹੋ ਰਹਿ ਗਏ, ਕਿਉਂਕਿ ਸਟੇਟਸ ਕੋ ਕਰ ਦਿੱਤਾ ਗਿਆ ਕਿ ਜੋ ਮੌਜੂਦਾ ਐਗਜ਼ੈਕਟਿਵ ਉਹੀ ਰਹੇਗੀ। ਪਹਿਲੀ ਵਾਰੀ ਹੋਇਆ ਕਿ ਐਗਜ਼ੈਕਟਿਵ ਵੀ ਲਗਾਤਾਰ ਉਹੀ ਚੱਲਦੀ ਰਹੀ। ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰੇ? ਅਦਾਲਤਾਂ ਦਾ ਹੁਕਮ ਹੈ ਜੀ। ਅੱਛਾ ਚੀਮਾ ਸਾਹਿਬ, ਆਪਾਂ ਸਮਾਪਤੀ ਵਾਲੇ ਪਾਸੇ ਨੂੰ ਵਧਣਾ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਜੋ ਕੁਛ ਕਿਹਾ ਆ ਉਹ ਡਾਕੂਮੈਂਟਡ ਹੋਏਗਾ, ਉਹ ਸਬੂਤਾਂ ਦੇ ਸਹਿਤ ਹੋਏਗਾ, ਕਿਉਂਕਿ ਕੱਲ੍ਹ ਨੂੰ ਕੋਈ ਸਵਾਲ ਖੜ੍ਹਾ ਹੋਊਗਾ ਤਾਂ ਅਸੀਂ ਤੁਹਾਡੇ ਤੋਂ ਹੀ ਦੁਬਾਰਾ ਆਣ ਕੇ ਜਵਾਬ ਉਹਦਾ ਲੈਣਾ ਹੈ। ਕਿਤੇ ਨਾ ਕਿਤੇ ਜੇ ਆਪਾਂ ਇਮਾਨਦਾਰੀ ਦੇ ਨਾਲ ਦੇਖੀਏ, ਪਿਛਲੇ ਸਮੇਂ ਦੇ ਵਿੱਚ ਬਹੁਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਕਈ ਵਾਰ ਕਿਹਾ ਕਿ ਭਾਈ ਧਰਮ ਤਬਦੀਲੀ ਕੀਤੀ ਜਾ ਰਹੀ, ਧਰਮ ਪਰਿਵਰਤਨ ਹੋ ਰਿਹਾ, ਸਾਨੂੰ ਪ੍ਰਚਾਰਕ ਭੇਜਣੇ ਪੈਣੇ ਆ, ਆਹ ਕੁਛ ਕਰਨਾ ਪੈਣਾ। SGPC ਨੇ ਵੀ ਕਿਹਾ ਸੀ 117 ਪ੍ਰਚਾਰਕ ਵਲੰਟੀਅਰ ਤਿਆਰ ਕਰਕੇ ਤੋਰ ਰਹੇ ਹਾਂ, ਬਹੁਤ ਵਧੀਆ। ਕਿਤੇ ਕਿਤੇ ਲੱਗਦਾ ਨਹੀਂ ਕਿ ਜੇ ਆਪਾਂ ਨੂੰ ਪੰਜਾਬ 'ਚ ਬੈਠ ਕੇ ਵੀ, ਜਿੱਥੇ SGPC ਦਾ ਮੁੱਖ ਦਫ਼ਤਰ ਹੈ, ਉੱਥੇ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ, ਕਿਤੇ ਕਮਜ਼ੋਰੀ ਵੀ ਕੋਈ ਰਹਿ ਗਈ ਹੋਏਗੀ? ਕਿਸਾਨ ਅੰਦੋਲਨ ਚੱਲਿਆ ਸੀ, ਇੱਕ ਵਾਰੀ ਹੋਕਾ ਦਿੱਤਾ, ਹਰਿਆਣਾ ਪੰਜਾਬ ਸਾਰਾ ਉੱਠ ਕੇ ਖਲੋ ਗਿਆ, ਕੋਈ ਪੋਲੀਟੀਕਲ ਪਾਰਟੀ ਨਹੀਂ ਸੀ, ਕੋਈ ਕੁਛ ਨਹੀਂ ਸੀ, ਕੋਈ ਸੈਂਟਰ ਪੁਆਇੰਟ ਨਹੀਂ ਸੀ। ਹੁਣ ਵੱਖਰੀ ਕਮੇਟੀ ਬਣੀ ਹੈ, ਜੇ SGPC ਨੇ ਬਹੁਤ ਵਧੀਆ ਕੰਮ ਕੀਤਾ ਹੋਵੇ, ਐਨ ਟੌਪ ਕਲਾਸ ਕੰਮ ਕੀਤਾ ਸੀ, ਸੰਗਤ ਨੂੰ ਆਪੇ ਹੀ ਖਲੋ ਜਾਣਾ ਚਾਹੀਦਾ ਸੀ, ਉਹੀ ਪੰਜਾਬ ਹਰਿਆਣਾ ਨੇ। ਨਹੀਂ, ਦੇਖੋ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੇ ਸੰਬੰਧ ਦੇ ਵਿੱਚ ਜੋ ਸਿੰਘ ਸਾਹਿਬ ਨੇ ਆਪਣਾ ਕੰਸਰਨ ਐਕਸਪ੍ਰੈਸ ਕੀਤਾ ਜੀ, ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ। ਮੈਂ ਇਹ ਕਹਿਣਾ ਕਿ ਪ੍ਰਬੰਧ ਕਰਦਿਆਂ ਜਿਹੜੀ ਹੈ ਤੁਹਾਡੀ ਕੋਸ਼ਿਸ਼ ਰੋਜ਼ ਹੋਣੀ ਚਾਹੀਦੀ ਹੈ ਕਿ ਤੁਸੀਂ ਜਿੰਨਾ ਉਹਨੂੰ ਇੰਪਰੂਵ ਕਰ ਸਕੋ ਡੇ ਬਾਏ ਡੇ ਕਰਨਾ ਚਾਹੀਦਾ ਜੀ, ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਉਹਨੂੰ ਕਮੇਟੀ ਨੂੰ ਗੰਭੀਰਤਾ ਨਾਲ ਰਹਿਣਾ ਚਾਹੀਦਾ। ਉਹਦੇ 'ਤੇ ਵਿਵਾਦ ਵੀ ਉੱਠਿਆ ਸੀਗਾ, ਫਿਰ ਉਸ ਤੋਂ ਬਾਅਦ ਕੁਛ ਨਵੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਕ੍ਰਿਸਚੀਅਨ ਜਿਹੜੇ ਵੱਡੇ ਉਹਨਾਂ ਦੇ ਬਿਸ਼ਪ ਸੀ, ਉਹਨਾਂ ਨੇ ਖੁਦ ਆ ਕੇ ਉਸ ਚੀਜ਼ ਨੂੰ ਕੰਡੈਮ ਕੀਤਾ ਕਿ ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਹਾਂ। ਫਿਰ ਨਾਲ ਨਵੇਂ ਸਵਾਲ ਵੀ ਪੈਦਾ ਹੋ ਗਏ ਵੀ ਜੇ ਇਹੋ ਜਿਹੇ ਲੋਕ ਜਿਹੜੇ ਕੰਮ ਕਰਦੇ ਆ, ਜਦੋਂ ਕਾਨੂੰਨ ਬਣੇ ਆ ਤਾਂ ਸਰਕਾਰਾਂ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੀਆਂ? ਉਹਦਾ ਵੀ ਫਿਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਰਕੇ ਅਸੀਂ ਤਾਂ ਸ਼ੁਰੂ ਦੇ ਵਿੱਚੋਂ ਸਿੱਖ ਧਰਮ ਦੀ ਇਹ ਖਾਸੀਅਤ ਰਹੀ ਹੈ ਕਿ ਸਿੱਖ ਧਰਮ ਦੇ ਵਿੱਚ ਜਿਹੜੀ ਹੈ
ਕਨਵਰਸ਼ਨ ਦੇ ਖਿਲਾਫ ਅੱਜ ਤੋਂ ਸਭ ਤੋਂ ਵੱਡਾ ਕੋਈ ਇਤਿਹਾਸ ਕਿਸੇ ਨੇ ਕਾਇਮ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਕਿ ਕਿਸੇ ਦੂਜੇ ਧਰਮ ਦੀ ਤਬਦੀਲੀ ਦੇ ਵਿੱਚ ਵੀ ਐਡਾ ਵੱਡਾ ਸਟੈਂਡ ਲੈਣਾ ਕਿ ਆਪਣੀ ਕੁਰਬਾਨੀ ਦੇਣੀ ਕਿ ਹਰ ਇੱਕ ਨੂੰ ਹੱਕ ਹੈ ਕਿ ਆਪਣੇ ਧਰਮ ਦੇ ਅਨੁਸਾਰ ਜੀਵਨ ਜਿਉਣ ਦਾ, ਕੋਈ ਕਿਸੇ ਦਾ ਜਬਰੀ ਪਰਿਵਰਤਨ ਨਹੀਂ ਕਰ ਸਕਦਾ। ਸਾਡੀ ਤਾਂ ਇਹ ਜੜ, ਇਸ ਕਰਕੇ ਅਸੀਂ ਤਾਂ ਨਾ ਕਿਸੇ ਨੂੰ ਕਰਨ ਵਾਸਤੇ ਕਹਿੰਦੇ ਹਾਂ ਕਿ ਬੰਦਾ ਆਪਣੇ ਆਪ ਕੋਈ ਆਪਣੇ ਮਨ ਨੂੰ ਪਰਿਵਰਤਨ ਕਰੇ, ਉਹ ਉਸ ਬੰਦੇ ਦੀ ਮਰਜ਼ੀ ਹੈ। ਲੇਕਿਨ ਕਿਸੇ ਨੂੰ ਗੁੰਮਰਾਹ ਕਰਕੇ, ਕਿਸੇ ਨੂੰ ਫੋਰਸ ਕਰਕੇ ਕੋਈ ਧਰਮ ਪਰਿਵਰਤਨ ਕਰੇ, ਇਹਦੇ ਤੇ ਖਿਲਾਫ ਡਟ ਕੇ ਸਾਰਿਆਂ ਨੂੰ ਖੜਨਾ ਚਾਹੀਦਾ। ਅਕਾਲ ਤਖਤ ਵੀ ਖੜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਖੜੀ ਹੈ। ਨਿੱਕੀਆਂ ਮੋਟੀਆਂ ਘਟਨਾਵਾਂ ਹੋਈਆਂ, ਅੱਛਾ ਹੋਇਆ ਕਿ ਪਿੱਛੇ ਜਿਹੜੀ ਹੈ ਈਸਾਈ ਜਿਹੜੇ ਵੱਡੇ ਬਿਸ਼ਪ ਨੇ ਉਹਨਾਂ ਨੇ, ਸਿੰਘ ਸਾਹਿਬ ਨੇ ਬੈਠ ਕੇ ਤੇ ਇਕੱਠੇ ਤੌਰ ਦੇ ਉੱਤੇ ਵੀ ਇਹਦੇ ਖਿਲਾਫ ਗੱਲ ਕੀਤੀ ਹੈ। ਇਹ ਚੰਗੀਆਂ ਇਨੀਸ਼ੀਏਟਿਵ ਨੇ ਕਿ ਕੋਈ ਸਮੱਸਿਆ ਆਈ ਤੇ ਉਹਦਾ ਹੱਲ ਵੀ ਜਿਹੜਾ ਡਸਟਰ ਵਾਲੇ ਗਿਆ। ਇਹ ਚੀਜ਼ਾਂ ਮੈਂ ਕਹਾਂਗਾ ਕਿ ਕਈ ਚੀਜ਼ਾਂ ਚੁਣੌਤੀਆਂ ਨਵੀਆਂ ਆਉਣਗੀਆਂ, ਉਹਦੇ ਵਿੱਚ ਕਿੱਦਾਂ ਬੈਟਰ ਤਰੀਕੇ ਨਾਲ ਨਿਕਲਣਾ ਚਾਹੀਦਾ। ਇਹ ਨਹੀਂ ਹੁੰਦਾ ਕਿ ਜਿਹੜੀ ਧਿਰ ਇਕੱਲੀ ਮੈਂਬਰ ਬਣ ਜਾਵੇ ਉਹਦੀ ਜ਼ਿੰਮੇਵਾਰੀ ਹੈ, ਦੂਜਿਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ। ਔਰ ਜਿਹੜੀ ਸੰਸਥਾ ਬਣੀ ਹੈ ਉਹਨੂੰ ਸਾਰਿਆਂ ਦਾ ਸਹਿਯੋਗ ਲੈਣਾ ਵੀ ਚਾਹੀਦਾ। ਇਸ ਕਰਕੇ ਸਾਡੇ ਉੱਦਾਂ ਦੀ ਆਪੋਜੀਸ਼ਨ ਨਹੀਂ ਹੁੰਦੀ ਸ਼੍ਰੋਮਣੀ ਕਮੇਟੀ 'ਚ। ਤੁਸੀਂ ਦੇਖਿਓ ਵੀ ਕਈ ਵਾਰੀ ਹਾਊਸ 'ਚ ਕਿ ਜਿਹੜੇ ਮੈਂਬਰ ਦੂਜੇ ਪਾਸੇ ਵੀ ਬੈਠੇ ਹੁੰਦੇ ਨੇ, ਉੱਥੇ ਇਹ ਨਹੀਂ ਹੁੰਦਾ ਕਿ ਜਿਵੇਂ ਸਰਕਾਰ ਤੇ ਆਪੋਜੀਸ਼ਨ 'ਚ ਹੁੰਦਾ। ਉੱਥੇ ਵੀ ਜਿਹੜੇ ਚੰਗੇ ਮੈਂਬਰ ਨੇ ਬੜਾ ਅੱਛੀ ਸਲਾਹ ਦਿੰਦੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮੀਟਿੰਗਾਂ ਹੁੰਦੀਆਂ ਨੇ, ਸਿੰਘ ਸਾਹਿਬਾਨ ਵੀ ਉੱਥੇ ਬਿਰਾਜਮਾਨ ਹੁੰਦੇ ਆ ਔਰ ਇੱਕ ਉਸਾਰੂ ਮਾਹੌਲ 'ਚ ਹੀ ਹੁੰਦਾ। ਸਾਰਥਕ ਆਲੋਚਨਾ ਵੀ ਹੁੰਦੀ ਹੈ, ਹੋਣੀ ਚਾਹੀਦੀ ਹੈ। ਕਈ ਵਾਰੀ ਚਲੋ ਕੋਈ ਜ਼ਿਆਦਾ ਵੀ ਕਰ ਜਾਂਦਾ ਪਰ ਬਰਦਾਸ਼ਤ ਕੀਤਾ ਜਾਂਦਾ। ਇੱਕ ਚੰਗੇ ਮਾਹੌਲ ਦੇ ਵਿੱਚ ਹੀ ਮੈਂ ਦੇਖਦਾ ਮੀਟਿੰਗਾਂ ਹੁੰਦੀਆਂ। ਅੱਛਾ ਚੀਮਾ ਸਾਹਿਬ, ਆਖਰੀ ਸਵਾਲ ਹੈ ਜੀ, ਸ਼੍ਰੋਮਣੀ ਅਕਾਲੀ ਦਲ ਕਿੱਥੇ ਕੁ ਤੱਕ ਜਾਏਗਾ ਇਸ ਮੁੱਦੇ 'ਤੇ? ਆਮ ਤੌਰ 'ਤੇ ਆਪਾਂ ਪੋਲੀਟੀਕਲ ਪਾਰਟੀਆਂ ਨੂੰ ਦੇਖਦੇ ਹਾਂ, ਕਿਉਂਕਿ ਤੁਸੀਂ ਸਿਆਸੀ ਲੀਡਰ ਹੋ। ਕੋਈ ਵੀ ਮੁੱਦਾ ਹੋਵੇ, ਪ੍ਰੈਸ ਕਾਨਫਰੰਸ, ਬਿਆਨ, ਮੀਡੀਆ ਦੇ ਵਿੱਚ 5-7-10 ਦਿਨ ਦੀ ਸਰਗਰਮੀ, ਉਹਦੇ ਤੋਂ ਬਾਅਦ ਠੀਕ ਹੈ ਦੂਜਾ ਮੁੱਦਾ ਉਡੀਕ ਲਓ। ਇੱਕ ਤਾਂ ਇਹ ਦੱਸਿਓ ਸ਼੍ਰੋਮਣੀ ਅਕਾਲੀ ਦਲ ਕਿੱਥੇ ਕੁ ਤੱਕ ਜਾਏਗਾ। ਦੂਸਰੀ ਗੱਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਈ ਵਾਰ ਕਿਹਾ ਕਿ ਅਸੀਂ ਦੂਸਰੇ ਸੂਬਿਆਂ 'ਚ ਵੱਧ ਰਹੇ ਹਾਂ। ਤੁਹਾਡੀ ਇਕਾਈ ਹਰਿਆਣੇ 'ਚ ਵੀ ਹੈਗੀ ਹੈ, ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੀ ਹਰਿਆਣਾ ਇਕਾਈ ਦਾ ਕੀ ਸਟੈਂਡ ਹੋਏਗਾ ਇਸ ਮੁੱਦੇ 'ਤੇ? ਨਹੀਂ ਦੇਖੋ, ਹਰਿਆਣੇ ਦੀ ਇਕਾਈ ਸਾਡੀ ਪੂਰੀ ਸਾਡੇ ਨਾਲ ਹੈ। ਪਹਿਲਾਂ ਵੀ ਇਹਨਾਂ ਮੁੱਦਿਆਂ ਦੇ ਉੱਤੇ ਹਮੇਸ਼ਾ ਹੀ ਖੁੱਲ੍ਹ ਕੇ ਸਾਡੇ ਨਾਲ ਖੜ੍ਹਦੇ ਆ, ਹੁਣ ਵੀ ਨਾਲ ਆ। ਹਰਿਆਣੇ ਦੇ ਮੈਂਬਰ ਵੀ ਉਹੀ ਭਾਸ਼ਾ ਬੋਲ ਰਹੇ ਆ ਜੋ ਅਸੀਂ ਬੋਲ ਰਹੇ ਹਾਂ, ਉਹ ਵੀ ਦਰਦ ਮਹਿਸੂਸ ਕਰਦੇ, ਕਿਉਂਕਿ ਇਹ ਕੋਈ ਮਾਮੂਲੀ ਫੈਸਲਾ ਨਹੀਂ ਹੈ। ਜੇ ਤੁਸੀਂ ਕਹੋ ਕਿ ਇਹਨੂੰ ਮਾਮੂਲੀ ਅਦਾਲਤੀ ਫੈਸਲਾ ਕਹਿ ਕੇ ਕਿ ਅਦਾਲਤ ਦਾ ਜੀ ਹੁਣ ਇਹ ਭਾਣਾ ਮੰਨਣ ਵਾਲੀ ਗੱਲ ਹੈ, ਇੰਨਾ ਸੌਖਾ ਇਹ ਕੰਮ ਨਹੀਂ ਹੋਣਾ। ਇਹਦੇ ਵਾਸਤੇ ਹੁਣ ਬੈਸਟ ਇਹੀ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, 30 ਨੂੰ ਉਹਨਾਂ ਨੇ ਆਪਣਾ ਜਨਰਲ ਇਜਲਾਸ ਸੱਦਿਆ। ਸਿੰਘ ਸਾਹਿਬ ਨੇ ਆਪਣਾ ਦਰਦ ਬਿਆਨ ਕਰ ਦਿੱਤਾ। ਜਿਹੜੀ ਉਹਨਾਂ ਦੀ ਸਟੇਟਮੈਂਟ ਹੈ ਉਹ 'ਚ ਬਹੁਤ ਵੱਡਾ ਦਰਦ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੂਗੋਲਿਕ ਤੌਰ ਦੇ ਉੱਤੇ ਕਤਲ ਕੀਤਾ ਗਿਆ। ਇਸ ਤੋਂ ਵੱਡੀ ਮੈਂ ਸਮਝਦਾ ਕਿ ਕੋਈ ਕੀ ਕਹਿ ਸਕਦਾ। ਇਸ ਕਰਕੇ ਜੋ ਪ੍ਰੋਗਰਾਮ ਕੌਮ ਦਾ ਬਣੇਗਾ, ਕਿਉਂਕਿ ਹੁਣ ਸ਼ੁਰੂ ਹੋਈ ਹੈ ਹਾਲੇ, ਅੱਜ SGPC ਪਹਿਲਾਂ ਤਾਂ ਮੇਨ ਉਹਨਾਂ ਦਾ ਹੀ ਐਗਜ਼ੈਕਟਿਵ ਦੀ ਕੱਲ੍ਹ ਸੱਦੀ ਹੈ, ਜਨਰਲ ਹਾਊਸ ਬੈਠੇਗਾ। ਬਾਕੀ ਜਿਹੜੀਆਂ ਸਿੱਖ ਸੰਸਥਾਵਾਂ ਨੇ ਸਾਰੀਆਂ ਇਹਦੇ ਨਾਲ ਜੁੜਨਗੀਆਂ, ਕਿਉਂਕਿ ਚਿੰਤਤ ਸਾਰੇ ਹੀ ਆ। ਪਰ ਹਾਲੇ ਕਿਉਂਕਿ ਪਰਸੋਂ ਹੀ ਜੱਜਮੈਂਟ ਆਈ ਹੈ, ਹਾਲੇ ਤਾਂ ਬਹੁਤ ਲੋਕਾਂ ਤੱਕ ਜੱਜਮੈਂਟ ਵੀ ਨਹੀਂ ਪਹੁੰਚੀ। ਜਿਹੜੀ ਅਸਲੀ ਗੱਲ ਹੈ ਕਿ ਹਾਲੇ ਤਾਂ ਜੱਜਮੈਂਟ ਹੀ ਜਿਹੜੀ ਹੈ ਲੋਕੀ ਇੱਕ ਦੂਜੇ ਨੂੰ ਹੀ ਪੁੱਛਦੇ ਆ ਵੀ ਹੋਇਆ ਕੀ ਹੈ, ਬਣਿਆ ਕੀ ਹੈ, ਕਿਸ ਤਰ੍ਹਾਂ ਹੋ ਗਿਆ। ਇਸ ਕਰਕੇ ਬੜਾ ਵੱਡਾ ਇੱਕ ਸਦਮਾ, ਇੱਕ ਸ਼ੌਕ ਲੱਗਿਆ। ਇਹ ਨਹੀਂ ਕਿ ਜਿਹੜੀ ਚੁੱਪ ਹੈ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਵੈਸੇ ਹੁੰਦਾ ਵੀ ਚੱਲ ਛੋਟੀ ਗੱਲ ਹੈ ਤੇ ਚੁੱਪ ਹੋ ਗਈ। ਇੱਕ ਹੈ ਕਿ ਸ਼ੌਕ ਐਡਾ ਵੱਡਾ ਹੈ ਕਿ ਹਾਲੇ ਹਰ ਬੰਦਾ ਜਿਹੜਾ ਦੂਜੇ ਨੂੰ ਪੁੱਛਦਾ ਵੀ ਯਾਰ ਇਹ ਹੋਇਆ ਕੀ ਹੈ। ਵੀ ਇਹ ਸੰਭਵ ਨਹੀਂ ਸੀ ਕਿ ਆਜ਼ਾਦ ਦੇਸ਼ ਦੇ ਵਿੱਚ, ਔਰ ਜਿੱਦਾਂ ਦਾ ਮਾਹੌਲ ਮੈਂ ਸਮਝਦਾ ਬਣ ਰਿਹਾ, ਦੇਸ਼ ਵਾਸਤੇ ਵੀ ਕੋਈ ਚੰਗਾ ਨਹੀਂ। ਕਿਉਂਕਿ ਹੋਰ ਵੀ ਚਿੰਤਾਵਾਂ ਨੇ ਅੱਗੇ। ਕਾਮਨ ਸਿਵਲ ਕੋਡ ਦੀ ਗੱਲ ਹੋਣੀ ਸ਼ੁਰੂ ਹੋ ਗਈ ਆ। ਮਾਈਨੋਰਟੀ ਸਟੇਟਸ ਜਿਹੜਾ ਹੈਗਾ ਉਹਨੂੰ ਸਟੇਟਾਂ ਤੱਕ ਸੀਮਿਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ। ਇਹ ਸਿੱਖ ਕੌਮ ਵਾਸਤੇ, ਮਾਈਨੋਰਟੀ ਵਾਸਤੇ ਬਹੁਤ ਮਾੜੇ ਜਿਹੜੇ ਆ ਇਹ ਸਟੈਪ ਨੇ। ਇਹਨਾਂ ਨੂੰ ਰੋਕਣਾ ਪੈਣਾ। ਇਸ ਕਰਕੇ ਉਹਦੇ ਵਾਸਤੇ ਇਕੱਠੇ ਹੋ ਕੇ ਤੇ ਜੋ ਵੀ ਜਦੋਜਹਿਦ ਜਿਹੜੀ ਹੈ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋਏਗੀ, ਉਹ 'ਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਅੱਗੇ ਹੋ ਕੇ ਮੋਹਰੀ ਰੋਲ ਅਦਾ ਕਰੇਗਾ। ਚੀਮਾ ਸਾਹਿਬ, ਜਿੰਨੀਆਂ ਵੀ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਗੱਲਾਂ ਕਹੀਆਂ, ਤੁਸੀਂ ਕਾਗਜ਼ ਦਿਖਾ ਕੇ ਕਹੀਆਂ, ਜੇ ਭਲਕ ਨੂੰ ਅਗਲੇ ਕਹਿਣ ਕਿ ਭਾਈ ਇਹ ਗੱਲ ਹੈ ਹੀ ਨਹੀਂ, ਕੀ ਆਮੋ ਸਾਹਮਣੇ ਬੈਠ ਕੇ ਡਿਬੇਟ ਕੀਤੀ ਜਾ ਸਕਦੀ ਹੈ? ਵੇਖੋ, ਮੈਂ ਤਾਂ ਕਹਿੰਦਾ ਸ਼ਾਮ ਤੱਕ ਕਿ ਤੁਸੀਂ ਠਹਿਰੋ। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਹੀ ਦੇ ਦੇਣਾ ਵੀ ਠੀਕ ਹੋਇਆ। ਤੁਹਾਨੂੰ ਇੰਨੀ ਤਕਲੀਫ ਕਰਨ ਦੀ ਲੋੜ ਨਹੀਂ ਪੈਣੀ। ਇਹਨਾਂ ਨੂੰ ਹੁਕਮ ਆ ਜਾਣਾ ਕੇਜਰੀਵਾਲ ਦਾ, ਇਹਨਾਂ ਨੇ ਕਹਿਣਾ ਕਿ ਠੀਕ ਹੈ, ਉਹਨਾਂ ਦਾ ਹੱਕ ਹੈ ਸਟੇਟ ਦਾ। ਲੋੜ ਹੀ ਨਹੀਂ ਪੈਣੀ। ਇਸ ਕਰਕੇ ਲੋੜ ਹੀ ਨਹੀਂ ਪੈਣੀ ਤੁਹਾਨੂੰ। ਮੈਂ ਕਹਿੰਦਾ ਸਰਦਾਰ ਤਰਲੋਚਨ ਸਿੰਘ ਹਰੀ ਜਿਹੜੇ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਰਹੇ ਆ, ਉਹਨਾਂ ਦਾ ਬਿਆਨ ਆ ਗਿਆ ਜੀ, ਇਸ ਤੋਂ ਵਧੀਆ ਕੋਈ ਕੰਮ ਹੀ ਨਹੀਂ ਹੋ ਸਕਦਾ। ਹੁਣ ਦੱਸੋ ਨਾ ਕੀ ਮਤਲਬ ਕੱਢੋਗੇ ਤੁਸੀਂ, ਜਿਹੜੇ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਰਹੇ ਆ, ਠੀਕ ਹੈ ਨਾ। ਤੇ ਹੁਣ ਉਦੋਂ ਕੀ ਹੁੰਦਾ ਰਿਹਾ ਹੋਊਗਾ ਜਦੋਂ ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਨੇ। ਸਾਡਾ ਰੱਬ ਰਾਖਾ ਹੀ ਹੈ
ਇਸ ਕਰਕੇ ਮੈਂ ਸਮਝਦਾ ਕਿ ਮੈਂ ਹੈਰਾਨ ਰਹਿ ਗਿਆ ਪੜ੍ਹ ਕੇ ਸਟੇਟਮੈਂਟ ਵੀ ਉਹ ਕਹਿੰਦੇ ਜੀ ਇਸ ਤੋਂ ਵਧੀਆ ਕੋਈ ਫਾਇਦਾ ਹੀ ਨਹੀਂ ਹੁੰਦਾ। ਠੀਕ ਹੈ ਜੀ ਚੀਮਾ ਸਾਹਿਬ, ਤੁਸੀਂ ਜੁੜੇ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਪਣੇ ਵੱਲੋਂ ਪੂਰੀ ਗੱਲ ਦਿਲ ਖੋਲ੍ਹ ਕੇ ਕੀਤੀ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਤੇ ਆਪਾਂ ਦੁਬਾਰਾ ਫਿਰ ਜੁੜਾਂਗੇ। ਸ਼ੁਕਰੀਆ ਜੀ। ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ। ਸੋ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਸਾਬਕਾ ਕੈਬਨਿਟ ਮੰਤਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ, ਤਰਜਮਾਨ ਨੇ, ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ ਗੱਲ ਜਿਹੜੀ ਹੈ ਉਹ ਕਲੀਅਰ ਕਰਦੇ ਰਹੇ ਨੇ। ਅੱਜ ਉਹਨਾਂ ਨੇ ਬਹੁਤ ਅਹਿਮ ਗੱਲਾਂ ਜਿਹੜੀਆਂ ਉਹ ਕਹੀਆਂ। ਉਹਨਾਂ ਨੇ ਕਿਹਾ ਕਿ ਬਾਦਲ ਸਾਹਿਬ ਦੀ ਸਰਕਾਰ ਦੇ ਵੇਲੇ ਠੋਕ ਕੇ ਸਟੈਂਡ ਪੰਜਾਬ ਸਰਕਾਰ ਨੇ ਲਿਆ ਕਿ ਵੱਖਰੀ ਕਮੇਟੀ ਨਹੀਂ ਚਾਹੀਦੀ। ਉਹਨਾਂ ਦਾਅਵਾ ਕੀਤਾ ਕਾਗਜ਼ ਦਿਖਾ ਕੇ ਕਿ ਕੈਪਟਨ ਸਾਹਿਬ ਨੇ ਸਟੈਂਡ ਉਲਟਾ ਲਿਆ ਕਿ ਕਮੇਟੀ ਚਾਹੀਦੀ। ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬਾਰੇ ਉਹਨਾਂ ਨੇ ਕਿਹਾ ਕੈਪਟਨ ਸਾਹਿਬ ਵਾਲਾ ਸਟੈਂਡ ਸੀ ਕਿ ਭਾਈ ਬਣਨ ਦਿਓ, ਅਤੇ ਹੁਣ ਭਰਾ ਮਾਰੂ ਜੰਗ ਦੇ ਵੱਲ ਦਾਅਵਾ ਉਹਨਾਂ ਦਾ ਕਿ ਭਾਈ ਅਸੀਂ ਵੱਧ ਰਹੇ ਹਾਂ। ਤੁਸੀਂ ਆਪਦੀ ਟਿੱਪਣੀ ਕਰ ਸਕਦੇ ਹੋ, ਸਹੀ ਭਾਸ਼ਾ ਦੇ ਵਿੱਚ, ਬਿਲਕੁਲ ਸੰਤੁਲਿਤ ਸ਼ਬਦਾਂ ਦੇ ਵਿੱਚ ਤੁਹਾਡੀਆਂ ਟਿੱਪਣੀਆਂ ਦਾ ਸਵਾਗਤ ਹੈ। ਕੋਈ ਵੀ ਮਾੜੀ ਸ਼ਬਦਾਵਲੀ ਜਿਹੜੀ ਹੈ ਉਹ ਬਿਲਕੁਲ ਨਾ ਵਰਤਿਓ। ਪੰਜਾਬੀ ਭਾਸ਼ਾ ਦੀ ਆਪਾਂ ਚੰਗੀ ਵਰਤੋਂ ਕਰਨੀ ਹੈ। ਅਤੇ ਤੁਸੀਂ ਕੋਈ ਸਵਾਲ ਵੀ ਹੋਵੇ ਤੁਹਾਡਾ ਇਸ ਮੁੱਦੇ ਦੇ ਉੱਤੇ, ਚੀਮਾ ਸਾਹਿਬ ਨੂੰ ਸਵਾਲ ਹੋਵੇ, ਤੁਸੀਂ ਟਿੱਪਣੀਆਂ 'ਚ ਲਿਖ ਦਿਓ। ਆਪਾਂ 2-4 ਦਿਨਾਂ ਦੇ ਬਾਅਦ ਉਹਨਾਂ ਨੂੰ ਦੁਬਾਰਾ ਹਾਕ ਮਾਰ ਲਾਂਗੇ। ਇੱਥੇ ਹੀ ਪਰਮਜੀਤ ਸਿੰਘ ਬਾਠ ਨੂੰ ਦਿਓ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।